ਲੋਕਾਂ ਨੇ ਜਿਹੜੇ ਕਾਂਗਰਸ ਤੇ ਅਕਾਲੀ ਦਲ ਤੇ ਜਿਹੜਾ ਗੁੱਸਾ ਸੀਗਾ ਉਹ ਗੁੱਸਾ ਕੱਢ ਕੇ ਇਹਨਾਂ ਨੂੰ ਜਿਤਾਇਆ, ਇਸ ਕਰਕੇ ਭੇਜਿਆ। ਹੁਣ ਤੁਸੀਂ ਦੇਖੋ ਬਦਲਾਅ ਦੀ ਗੱਲ ਕੀਤੀ ਹੈ, ਪ੍ਰੋਫੈਸਰ ਬਲਜਿੰਦਰ ਕੌਰ ਨੂੰ ਚੀਫ ਵਿਪ ਲਾ ਕੇ ਕੈਬਨਿਟ ਦੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ। ਚੀਫ ਵਿਪ ਦਾ ਕੰਮ ਕੀ ਆ? ਚੀਫ ਵਿਪ ਦਾ ਸਿਰਫ ਇੰਨਾ ਕੁ ਕੰਮ ਆ ਵੀ ਜਦੋਂ ਕੋਈ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਂਦਾ ਹੈ, ਕਈ ਵਾਰੀ ਅਜਿਹਾ ਮੌਕਾ ਆ ਜਾਂਦਾ ਹੈ ਕਿਸੇ ਬਿੱਲ ਪਰ ਵੋਟਿੰਗ ਹੋਣੀ ਹੁੰਦੀ ਆ, ਉਦੋਂ ਚੀਫ ਵਿਪ ਨੇ ਇੱਕ ਹੁਕਮ ਜਾਰੀ ਕਰਨੇ ਹੁੰਦੇ ਆ ਵਿਧਾਇਕਾਂ ਨੂੰ ਹਾਜ਼ਰ ਰਹਿਣ ਵਾਸਤੇ। ਇਹ ਤੋਂ ਇਲਾਵਾ ਕੋਈ ਕੰਮ ਨਹੀਂ ਚੀਫ ਵਿਪ ਦਾ। ਤੇ ਉਹਨੂੰ ਕੈਬਨਿਟ ਦੀਆਂ ਸਹੂਲਤਾਂ ਦਿੱਤੀਆਂ, ਤਨਖਾਹ ਲਾ ਦਿੱਤੀਆਂ, ਤੇ ਉਹਨਾਂ ਨੂੰ ਸੈਕਟਰੀਏਟ ਦੇ ਵਿੱਚ ਇੱਕ ਕਮਰਾ ਦੇ ਦਿੱਤਾ। ਕੈਬਨਿਟ ਜਿੰਨਾ ਸਟਾਫ ਆ ਉਹਨਾਂ ਦੇ ਨਾਲ ਲਾਤਾ। ਇਹ ਲੋਕਾਂ ਉੱਪਰ ਬੋਝ ਨਹੀਂ ਪੈ ਰਿਹਾ। ਲੰਮਾ ਟਾਈਮ ਹੋ ਗਿਆ ਹੁਣ ਪੰਜਾਬ ਜਿਹੜਾ ਲਗਾਤਾਰ ਜਿਹੜਾ ਉਹ ਝੇਲ ਹੀ ਰਿਹਾ। ਹਜੇ ਤੱਕ ਮੁੱਦੇ ਜਿਹੜੇ ਨੇ ਉਹ ਹਜੇ ਤੱਕ ਰਿਜ਼ੋਲਵ ਹੀ ਨਹੀਂ ਹੋਏ ਕਿਸੇ ਵੀ ਤਰੀਕੇ ਦੇ। ਤੇ ਨਵੀਂ ਸਰਕਾਰ ਜਿਹੜੀ ਆਈ ਹੈ ਉਹ ਸਾਰੇ ਮੁੱਦਿਆਂ ਨੂੰ ਕਿਤੇ ਨਾ ਕਿਤੇ ਪਿੱਛੇ ਛੱਡਦੀ ਨਜ਼ਰ ਆ ਰਹੀ ਹੈ। ਇਹ ਪਹਿਲੀ ਗੱਲ ਤਾਂ ਸਾਨੂੰ ਇਹ ਬਹੁਤ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਨੂੰ ਜਾਣ-ਬੁੱਝ ਕੇ ਜਿਹੜਾ ਕੇਂਦਰ ਆ ਉਹ ਖੜਾ ਨਹੀਂ ਹੋਣ ਦੇਣਾ ਚਾਹੁੰਦਾ, ਪੰਜਾਬ ਨੂੰ ਜਾਣ-ਬੁੱਝ ਕੇ ਡਿਸਟਰਬ ਰੱਖਣਾ ਚਾਹੁੰਦਾ। ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ। ਕੇਂਦਰ ਤੇ ਪੰਜਾਬ ਦਾ ਜਿਹੜਾ ਟਕਰਾਅ ਚੱਲ ਰਿਹਾ ਨਾ ਉਹ ਬਹੁਤ ਖਤਰਨਾਕ ਚੱਲ ਰਿਹਾ। ਇਹਦੇ ਨਾਲ ਜਿਹੜਾ ਪੰਜਾਬ ਦੇ ਲੋਕ ਆ ਉਹ ਪਿਛ ਰਿਹਾ। ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਹੋਣੀ ਸੀ, ਪੰਜਾਬ ਦਾ ਵਿਕਾਸ ਹੋਣਾ ਤਾਂ ਉਹ ਜ਼ਰੂਰ ਪ੍ਰਭਾਵਿਤ ਹੋ ਰਿਹਾ। ਇਸ ਪਾਸੇ ਨੂੰ ਸਰਕਾਰ ਨੂੰ ਸੋਚਣ ਤੇ ਵਿਚਾਰਨ ਦੀ ਜ਼ਰੂਰਤ ਹੈ। ਪੰਜਾਬ ਦਾ ਕੀ ਬਣੇਗਾ? ਪੰਜਾਬ ਨੇ ਤਾਂ ਨਵੀਂ ਕੋਸ਼ਿਸ਼ ਕਰਕੇ ਵੀ ਦੇਖ ਲਈ, ਨਵੇਂ ਬੰਦੇ ਲਿਆ ਕੇ ਵੀ ਦੇਖ ਲਈ, ਚੀਜ਼ਾਂ ਤਾਂ ਫਿਰ ਵੀ ਕੋਈ ਜ਼ਿਆਦਾ ਸੰਭਲਦੀਆਂ ਨਜ਼ਰ ਆ ਨਹੀਂ ਰਹੀਆਂ ਕਿਸੇ ਪਾਸੇ। ਬਿੰਦੂ ਜੀ ਦੇਖੋ, ਸਭ ਤੋਂ ਵੱਡੀ ਗੱਲ ਆ ਇਹ ਨਾ ਜੋ ਮੈਂ ਮਹਿਸੂਸ ਕਰਦਾ, ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੀ ਇੰਟਰਨਲ ਡੈਮੋਕ੍ਰੇਸੀ ਹੈ ਨਾ ਉਹ ਖਤਮ ਹੋ ਚੁੱਕੀ ਹੈ। ਸਰਕਾਰ ਦੇ ਵਿੱਚ ਗੱਲ ਕਰ ਲਾ, ਉੱਥੇ ਫੈਸਲੇ ਥੋਪੇ ਜਾਂਦੇ ਨੇ, ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ, ਨਾ ਹੀ ਉਹ ਬੋਲਦੇ ਨੇ। ਜੋ ਆਪਣਾ ਸਿਸਟਮ ਆ ਉਹਨਾਂ ਨੇ ਉਹ ਬਣਾਤਾ। ਉਹਨਾਂ ਨੂੰ ਇਹ ਲੱਗ ਰਿਹਾ ਕਿ ਸਰਕਾਰ ਦੇ ਖਿਲਾਫ ਆਵਾਜ਼ ਖੁੱਲ੍ਹਣੀ ਨਹੀਂ ਚਾਹੀਦੀ। ਜਿਹੜਾ ਵੀ ਕੋਈ ਅਖਬਾਰ ਸਰਕਾਰ ਦੇ ਖਿਲਾਫ ਛਪਦਾ ਜਾਂ ਉਹਨਾਂ ਦੇ ਕਿਸੇ ਉਹਦੀ ਐਡ ਬੰਦ ਕਰ ਦਿੱਤੀ ਜਾਂਦੀ ਆ, ਜਿਹੜਾ ਚੈਨਲ ਆ ਉਹਨੂੰ ਰੋਕ ਦਿੱਤਾ ਜਾਂਦਾ। ਫੇਸਬੁੱਕ ਆ ਜਿਹੜੇ ਕਈਆਂ ਨੇ ਆਪਣੇ ਫੇਸਬੁੱਕ ਅਕਾਊਂਟ ਬਣਾਏ ਹੋਏ ਨੇ ਜਾਂ YouTube, ਉਹ ਸਰਕਾਰ ਆ ਉਹਨਾਂ ਨੂੰ ਬੰਦ ਕਰਵਾ ਦਿੱਤੀ ਜਾਂਦੀ। ਕਿਤੇ ਨਾ ਕਿਤੇ ਅਜਿਹਾ ਵਰਤਾਰਾ ਬਣ ਗਿਆ ਪਾਰਟੀਆਂ ਦਾ ਜਾਂ ਸਰਕਾਰਾਂ ਦਾ ਕਿ ਸਿਰਫ ਤੇ ਸਿਰਫ ਸਾਡੀ ਗੱਲ ਹੋਵੇ, ਲੋਕਾਂ ਨੂੰ ਭੁਲੇਖੇ ਦੇ ਵਿੱਚ ਰੱਖਿਆ ਜਾ ਰਿਹਾ। ਲੋਕਾਂ ਨੂੰ ਗਲਤ ਆ ਜਿਹੜਾ ਉਹ ਮੈਸੇਜ ਉਹ ਦਿੱਤਾ ਜਾ ਰਿਹਾ, ਗਲਤ ਪਾਠ ਆ ਜਿਹੜਾ ਪੜ੍ਹਾਇਆ ਜਾ ਰਿਹਾ। ਪਹਿਲਾਂ ਅਜਿਹਾ ਨਹੀਂ ਹੁੰਦਾ, ਪਰ ਪੰਜਾਬ ਦੇ ਲੋਕ ਸਾਰਾ ਕੁਝ ਦੇਖ ਰਹੇ ਆ। ਉਹੀ ਅਸੀਂ ਕਬੂਤਰ ਵਾਂਗ ਅੱਖਾਂ ਵਿੱਚ ਲਈਏ ਵੀ ਸਾਨੂੰ ਕੋਈ ਨਹੀਂ ਦੇਖ ਰਿਹਾ, ਠੀਕ ਹੈ ਵੀ ਉਹ ਆਪਣੇ ਪੰਜਾਬ ਦੇ ਲੋਕ ਰਹਿ ਗਏ ਨੇ। ਇਹ ਪੰਜਾਬ ਦੇ ਲੋਕ ਰਹਿ ਗਏ ਨੇ, ਪਿੱਛੇ ਬਦਲ ਵੀ ਬਹੁਤ ਹੋਇਆ। ਨਹੀਂ, ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਰਹਿ ਚੁੱਕੇ ਨੇ, ਐਡੀ ਵੀ ਮਾੜੀ ਗੱਲ ਨਹੀਂ ਕਿ ਕਾਫੀ ਪਿੱਛੇ ਬਦਲ ਵੀ ਹੋਇਆ, ਮਾਈਗ੍ਰੇਸ਼ਨ ਵੀ ਹੋਈ ਹੈ ਦੂਜੇ ਸੂਬਿਆਂ ਤੋਂ, ਹੋਈ ਜਾ ਰਹੀ ਆ। ਪਰ ਅਜੇ ਵੀ ਪੰਜਾਬ ਆ ਜਿਹੜਾ ਬਸ ਰਿਹਾ, ਪੰਜਾਬ ਬਸਦਾ ਰਹੂਗਾ। ਪੰਜਾਬ ਨੂੰ ਬਹੁਤ ਸਾਰੀਆਂ ਤਾਕਤਾਂ ਆ ਉਜਾੜਨ ਵਾਸਤੇ। ਆਪਾਂ ਗੁਰਦੁਆਰਾ ਐਕਟ ਦੀ ਗੱਲ ਕਰ ਲਈਏ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਤੜਥਲੀ ਜੀ ਮਚੀ ਹੋਈ ਹੈ, ਜਿਹੜਾ ਖਿੱਚਧੂ ਬਹੁਤ ਹੋ ਰਹੀ ਹੈ। ਕਿਸੇ ਵੀ ਸਰਕਾਰ ਨੂੰ ਕਿਸੇ ਵੀ ਧਰਮ ਦੇ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਸਰਕਾਰਾਂ ਦਾ ਕੰਮ ਆ ਲੋਕ ਹਿੱਤ ਦੇ ਕੰਮ ਕਰਨੇ, ਵਿਕਾਸ ਕਰਨਾ, ਸੂਬਿਆਂ ਦਾ ਵਿਕਾਸ ਕਰਨਾ। ਉਹਨਾਂ ਨੂੰ ਉਹ ਕੰਮ ਆਪਣਾ ਕਰਨਾ ਚਾਹੀਦਾ, ਧਰਮ ਦੇ ਮਾਮਲੇ ਵਿੱਚ ਨਹੀਂ ਦਖਲ ਦੇਣਾ ਚਾਹੀਦਾ। ਵਾਹਵਾ ਖੱਟਣ ਵਾਸਤੇ ਇਹ ਸਾਰਾ ਇੱਕ ਢੌਂਗ ਆ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਰਚਿਆ। ਕੱਲ੍ਹ ਹੀ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਨੇ HS ਫੁਲਕਾ ਉਹ ਵੀ ਗੱਲ ਕਹਿ ਰਹੇ ਨੇ ਕਿ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਆ। ਅਗਲਾ ਰਾਏ ਜਿਹੜਾ ਉਹ ਖੁੱਲ੍ਹ ਜਾਵੇਗਾ ਦੂਜੀਆਂ ਸਰਕਾਰਾਂ ਨੂੰ ਦਖਲ ਅੰਦਾਜ਼ੀ ਕਰਨ ਵਾਸਤੇ। ਸਰਕਾਰ ਕੋਲ ਕੰਮ ਕਰਨ ਵਾਸਤੇ ਬਹੁਤ ਖੁੱਲ੍ਹਾ ਜਿਹੜਾ ਮੈਦਾਨ ਪਿਆ। ਸਰਕਾਰ ਨੂੰ ਉਸ ਪਾਸੇ ਵੱਲ ਸੋਚਣ ਦੀ ਜ਼ਰੂਰਤ ਹੁੰਦੀ ਆ। ਪਰ ਇਹ ਇੱਕ ਪੰਗਾ ਜਿਹੜਾ ਸਰਕਾਰ ਨੇ ਖੜਾ ਕੀਤਾ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਸਰਕਾਰ ਨੂੰ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਬੈਕਫੁੱਟ ਤੇ ਆਉਣਾ ਪਵੇਗਾ। ਜਿਸ ਤਰ੍ਹਾਂ ਹੁਣ ਅਕਾਲੀ ਦਲ ਨੇ ਉਹ ਜਿਸ ਤਰ੍ਹਾਂ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਸੁਖਵੀਰ ਦੀ ਖਾਸ ਕਰਕੇ ਦਾੜੀ ਨੂੰ ਲੈ ਕੇ ਜਿਹੜਾ ਉੱਥੇ ਆਲੋਚਨਾ ਕੀਤੀ, ਉਹਨੂੰ ਲੈ ਕੇ ਅਕਾਲੀ ਦਲ ਆ ਜਿਹੜਾ ਹਮਲਾਵਰ ਰੁੱਖ ਅਖਤਿਆਰ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਨਕਟ ਪ੍ਰੋਗਰਾਮ ਦੇ ਵਿੱਚ ਜਿਵੇਂ ਅਸੀਂ ਹਰ ਵਾਰ ਕਿਸੇ ਨਵੇਂ ਮਹਿਮਾਨ ਨੂੰ ਲੈ ਕੇ ਆਉਂਦੇ ਹਾਂ, ਇਸ ਵਾਰ ਅਸੀਂ ਕਿਸੇ ਵੀ ਸਿਆਸੀ ਮਹਿਮਾਨ ਜਾਂ ਫਿਰ ਕਿਸੇ ਵੀ ਕਲਾਕਾਰ ਨੂੰ ਨਹੀਂ ਲੈ ਕੇ ਆਏ। ਐਤਕੀ ਅਸੀਂ ਪੱਤਰਕਾਰ ਨੂੰ ਲੈ ਕੇ ਆਏ ਹਾਂ। ਪੱਤਰਕਾਰ ਨਾਲ ਗੱਲ ਕਰਨੀ ਇਸ ਕਰਕੇ ਵਿੱਚ ਕਈ ਵਾਰੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਕਈ ਵਾਰੀ ਮਾਹੌਲ ਜਿਹੜਾ ਹੈਗਾ ਉਹ ਇਹੋ ਜਿਹਾ ਬਣਦਾ ਹੈ ਜਿਸ 'ਤੇ ਕਿ ਪੱਤਰਕਾਰ ਤੇ ਪੱਤਰਕਾਰ ਦੇ ਨਜ਼ਰੀਏ ਨਾਲ ਗੱਲਬਾਤ ਕਰਨੀ ਜ਼ਰੂਰੀ ਹੁੰਦੀ ਹੈ। ਅੱਜ ਸਾਡੇ ਮਹਿਮਾਨ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਵੀ ਨੇ, ਸੀਨੀਅਰ ਪੱਤਰਕਾਰ ਨੇ, ਤੇ ਉਸ ਦੇ ਨਾਲ ਹੀ ਉਹ ਕਾਫੀ ਜ਼ਿਆਦਾ ਸਾਲਾਂ ਤੋਂ ਉਹਨਾਂ ਦਾ ਤਜਰਬਾ ਹੈਗਾ, ਖਾਸ ਕਰਕੇ ਸਿਆਸਤ ਦੀਆਂ ਜਿਹੜੀਆਂ ਖਬਰਾਂ ਨੇ, ਪੋਲੀਟਿਕਸ ਨੂੰ ਕਵਰ ਕਰਦੇ ਚਲੇ ਆ ਰਹੇ ਨੇ। ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ। ਜੈ ਸਿੰਘ ਛਿੱਬੜ ਜਿਹੜੇ ਨੇ ਉਹ ਅੱਜ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਬਿੰਦੂ ਜੀ। ਜਿੱਦਾਂ ਕਿ ਮੈਂ ਤੁਹਾਡੀ ਪਹਿਲੇ ਇੰਟਰੋਡਕਸ਼ਨ ਹੀ ਕਰਵਾਈ ਹੈ ਛਿੱਬੜ ਸਾਹਿਬ, ਸਿਆਸਤ ਦੀ ਜੇ ਗੱਲ ਕਰ ਲਈਏ, ਪੱਤਰਕਾਰਤਾ ਦੀ ਗੱਲ ਕਰ ਲਈਏ, ਅਸੀਂ ਐਸੇ ਦੇ ਇਰਦ ਗਿਰਦ ਗੱਲ ਕਰਨਾ ਚਾਹੁੰਦੇ ਹਾਂ, ਕਿਉਂਕਿ ਇਸ ਟਾਈਮ ਜਿਹੜੀ ਸਿਆਸਤ ਜਾਂ ਫਿਰ ਅਸੀਂ ਕਹੀਏ ਜਿਹੜਾ ਇੱਕ ਸਿਨੈਰੀਓ ਬਣ ਰਿਹਾ ਪੋਲੀਟੀਕਲ ਸਿਨੈਰੀਓ ਟਰਫ 'ਤੇ, ਉਹਦੇ ਨਾਲ ਹੀ ਜਿਹੜਾ ਨਾ ਕਰਦੇ
ਪੱਤਰਕਾਰਤਾ ਹੈਗੀ ਉਹ ਵੀ ਕਿਤੇ ਨਾ ਕਿਤੇ ਤਾਣੇ ਬਾਣੇ ਜਿਹੜੇ ਉਲਝਦੇ ਨਜ਼ਰ ਆ ਰਹੇ ਨੇ ਕਿਸੇ ਹੱਦ ਤੱਕ। ਪਹਿਲਾਂ ਤੁਹਾਡਾ ਕਮੈਂਟ ਕੀ ਹੋਏਗਾ ਇਸ ਤੇ? ਦੇਖੋ, ਜਿਹੜੀ ਮੌਜੂਦਾ ਸਿਆਸਤ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜੀ, ਤਾਂ ਪੰਜਾਬ ਦਾ ਜਿਹੜਾ ਸਿਆਸੀ ਤਾਣਾ ਬਾਣਾ ਬਹੁਤ ਉਲਝਦਾ ਜਾ ਰਿਹਾ ਹੈ। ਖਾਸ ਕਰਕੇ ਜਦੋਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਸਿਸਟਮ ਪਰ ਇੱਕ ਤਰ੍ਹਾਂ ਦਾ ਗਲਬਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਤੁਸੀਂ ਪ੍ਰੈਸ ਦੀ ਗੱਲ ਕੀਤੀ ਹੈ, ਪ੍ਰੈਸ ਉਸ ਢੰਗ ਦੇ ਨਾਲ ਆਜ਼ਾਦ ਨਹੀਂ ਰਹੀ ਜਿਵੇਂ ਕਿ ਹੋਣੀ ਚਾਹੀਦੀ ਹੈ। ਹਰ ਪਾਸੇ ਤੋਂ ਅਜਿਹੀਆਂ ਰਿਪੋਰਟਾਂ, ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਕਿ ਸਰਕਾਰ ਪ੍ਰੈਸ ਨੂੰ ਆਪਣੇ ਫ੍ਰੀ ਹੋ ਕੇ ਕੰਮ ਕਰਨ ਨਹੀਂ ਦਿੱਤੀ ਜਾ ਰਹੀ। ਇੱਕ ਅੱਜ ਹੀ ਜਿਹੜਾ ਧਿਆਨ ਦੇ ਵਿੱਚ ਮਾਮਲਾ ਆਇਆ ਹੈ ਕਿ ਅਮਲੋਹ ਦੇ ਵਿੱਚ ਇੱਕ ਜਿਹੜਾ ਪਰਚਾ ਹੈ ਉਹ ਦਰਜ ਕਰ ਦਿੱਤਾ ਗਿਆ ਪੱਤਰਕਾਰ ਤੇ, ਜਿਹੜੇ ਕਿ ਪੰਜਾਬੀ ਜਾਗਰਣ ਅਖਬਾਰ ਦੇ ਉੱਤੇ ਪੱਤਰਕਾਰ ਸੀ। ਜੀ ਜੀ। ਸਿਰਫ ਰੌਲਾ ਇਹ ਸੀਗਾ ਕਿ ਉਹ ਜਿਹੜੀਆਂ ਉੱਥੇ ਦੀਆਂ ਮੌਜੂਦਾ ਸਿਸਟਮਸ ਦੇ ਖਿਲਾਫ ਖਬਰਾਂ ਲਾਉਂਦਾ ਸੀਗਾ, ਉਸ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਉਹਨੇ ਜਿਹੜੀਆਂ ਸਰਕਾਰੀ ਇੱਟਾਂ ਚੱਕ ਕੇ ਆਪਣੇ ਚੋਰੀ ਕੀਤੀ ਆ। ਜਦ ਕਿ ਉਸ ਪੱਤਰਕਾਰ ਦਾ ਕਹਿਣਾ ਇਹ ਸੀਗਾ ਕਿ ਉਹਦੇ ਘਰ ਦੇ ਮੂਹਰੇ ਪਿਛਲੇ 2 ਮਹੀਨਿਆਂ ਤੋਂ ਜਿਹੜੀ ਸੀਵਰੇਜ ਦਾ ਕੰਮ ਚੱਲ ਰਿਹਾ, ਉਹ ਬਾਰ-ਬਾਰ ਕਹਿ ਚੁੱਕਿਆ ਸੀਗਾ, ਗਲੀ ਬੰਦ ਕੀਤੀ ਹੋਈ ਸੀ। ਉਹਨੇ ਉੱਥੋਂ ਇੱਟਾਂ ਚੱਕ ਕੇ ਸਾਹਮਣੇ ਸਰਕਾਰੀ ਪਲਾਟ ਦੇ ਵਿੱਚ ਰੱਖਤੀਆਂ। ਸਿਰਫ ਇਹ ਇਲਜ਼ਾਮ ਲਾਤਾ ਵੀ ਤੂੰ ਇੱਥੋਂ ਇੱਟਾਂ ਕਿਉਂ ਚੱਕੀਆਂ। ਉਹਨੂੰ ਚੱਕ ਕੇ ਇਹਦੇ ਪਰ ਪਰਚਾ ਦਰਜ ਕਰਤਾ। ਪਰਚਾ ਦਰਜ ਕਰਕੇ ਉਹਨੂੰ ਹੁਣ ਥਾਣੇ ਦੇ ਵਿੱਚ ਬੰਦ ਕੀਤਾ ਹੋਇਆ ਹੈ। ਤੁਸੀਂ ਦੇਖੋ ਵੀ ਕਿਸ ਢੰਗ ਦੇ ਨਾਲ ਸਿਸਟਮ ਨੂੰ ਜਿਹੜਾ ਦਬਾਇਆ ਜਾ ਰਿਹਾ ਹੈ, ਕਿਵੇਂ ਪ੍ਰੈਸ ਦਾ ਜਿਹੜਾ ਗਲਾ ਘੁੱਟਿਆ ਜਾ ਰਿਹਾ। ਇਹ ਇੱਕ ਵਰਤਾਰਾ ਜਿਹੜਾ ਇਦਾਂ ਦਾ ਚੱਲ ਰਿਹਾ ਹੈ। ਅੱਗੇ ਵੀ ਦੇਖਦੇ ਸੀਗੇ ਜਿਹੜੀਆਂ ਸਰਕਾਰਾਂ, ਹਰੇਕ ਦੀ ਆਪਣੀ ਇੱਕ ਇੱਛਾ ਹੁੰਦੀ ਹੈ ਕਿ ਸਰਕਾਰ ਦੀ ਜਿਹੜੀ ਖਬਰ ਆ ਉਹ ਬਹੁ ਗਿਣਤੀ ਲੋਕਾਂ ਤੱਕ ਜਾਵੇ। ਸਰਕਾਰ ਆਪਣੀ ਖਬਰ ਲਗਵਾਉਂਦੀਆਂ ਰਹੀਆਂ ਸਾਰੀਆਂ ਸਰਕਾਰਾਂ, ਪਰ ਇਹ ਪਹਿਲੀ ਵਾਰੀ ਇਦਾਂ ਦਾ ਵਰਤਾਰਾ ਬਣਦਾ ਜਾ ਰਿਹਾ ਹੈ ਕਿ ਆਪਣੀ ਖਬਰ ਤਾਂ ਪੂਰੀ ਲਾਉਣੀ ਆ, ਪਰ ਜਿਹੜੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹਨਾਂ ਦੀਆਂ ਖਬਰਾਂ ਰੁਕਵਾਉਣ ਵਾਸਤੇ ਸਭ ਨਾਲੋਂ ਵੱਧ ਜਿਹੜਾ ਜ਼ੋਰ ਲੱਗਿਆ ਜਾ ਰਿਹਾ। ਇਹ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਨਾਪੱਖੀ ਜਿਹੜਾ ਵਰਤਾਰਾ ਹੈ ਉਹ ਅੱਜ ਮੌਜੂਦਾ ਸਾਡੇ ਸਿਸਟਮ ਵਿੱਚ ਚੱਲ ਰਿਹਾ। ਅਜਿਹਾ ਨਹੀਂ ਹੋਣਾ ਚਾਹੀਦਾ। ਲੋਕਤੰਤਰ ਦੇ ਵਿੱਚ ਜੇ ਤੁਸੀਂ ਜਮਹੂਰੀਅਤ ਨੂੰ ਬਹਾਲ ਰੱਖਣਾ ਹੈ ਤਾਂ ਪ੍ਰੈਸ ਦੀ ਆਜ਼ਾਦੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਬਹਾਲ ਹੋਣੀ ਚਾਹੀਦੀ ਹੈ। ਪਿਛਲੇ ਮਹੀਨਿਆਂ ਦੇ ਦੌਰਾਨ ਜਿਹੜੇ ਆਪਣੇ ਭਾਰਤ ਦੀ ਸਭ ਤੋਂ ਉੱਚੀ ਜਿਹੜੀ ਲੋਕਤੰਤਰ ਦੀ ਆਪਾਂ ਜਾਂ ਨਿਆਂਪਾਲਿਕਾ ਕਹਿੰਦੇ ਸਭ ਤੋਂ ਉੱਚੀ ਆ, ਉਹ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ, ਚੀਫ ਜਸਟਿਸ ਚੰਦਰਚੂੜ, ਉਹਨਾਂ ਨੇ ਵੀ ਇੱਕ ਇਹ ਬਿਆਨ ਦਿੱਤਾ ਸੀਗਾ ਕਿ ਲੋਕਤੰਤਰ ਨੂੰ ਜੇ ਬਚਾ ਕੇ ਰੱਖਣਾ ਹੈ ਤਾਂ ਜਿਹੜੀ ਪ੍ਰੈਸ ਦੀ ਆਜ਼ਾਦੀ ਆ ਉਹ ਬਹਾਲ ਹੋਣੀ ਚਾਹੀਦੀ ਹੈ। ਕਿਤੇ ਨਾ ਕਿਤੇ ਉਹ ਸਾਡੇ ਜਿਹੜੇ ਨਿਆਂਪਾਲਿਕਾ ਨੂੰ ਲੋਕਾਂ ਨੂੰ ਇਨਸਾਫ ਦੇਣ ਵਾਲੇ ਲੋਕ ਨੇ, ਜੱਜ ਨੇ, ਉਹ ਵੀ ਇਹ ਮਹਿਸੂਸ ਕਰਨ ਲੱਗ ਪਏ ਕਿ ਦੇਸ਼ ਦੇ ਵਿੱਚ ਪ੍ਰੈਸ ਆਜ਼ਾਦ ਨਹੀਂ ਹੈਗੀ। ਪ੍ਰੈਸ ਦਾ ਜਿਹੜਾ ਗਲਾ ਉਹ ਘੁੱਟਿਆ ਜਾ ਰਿਹਾ। ਜੀ ਜੀ। ਜਿੱਥੋਂ ਤੱਕ ਤੁਸੀਂ ਪ੍ਰੈਸ ਦੀ ਆਜ਼ਾਦੀ ਦੀ ਇੱਥੇ ਗੱਲ ਕੀਤੀ ਹੈ, ਪੱਤਰਕਾਰਤਾ ਤੇ ਜਿਹੜਾ ਬਣ ਰਿਹਾ ਇੱਕ ਤਰ੍ਹਾਂ ਦਾ ਦਬਾਅ, ਉਹਦੀ ਗੱਲ ਕੀਤੀ ਹੈ, ਪਰ ਉਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਤਾਂ ਸਿਆਸਤ ਨੂੰ ਵੀ ਜੇ ਦੇਖੀਏ ਅਸੀਂ ਪਿਛਲੇ ਦਿਨਾਂ ਵਿੱਚ ਸਿਆਸਤ ਦੇ ਪਿੰਡ ਦੇ ਵਿੱਚ ਵੀ ਜਿਹੜੇ ਖਾਸ ਕਰਕੇ ਪਾਰਟੀਆਂ ਨੇ ਜਾਂ ਜਿੱਦਾਂ ਨੇ, ਇਸ ਤਰ੍ਹਾਂ ਲੱਗਦਾ ਨਹੀਂ ਕਿ ਜਿਵੇਂ ਲੀਡਰਸ਼ਿਪ ਹੈਗੀ ਉਹ ਆਪਸ 'ਚ ਜਿਹੜਾ ਉਹਨਾਂ ਦਾ ਟਕਰਾਅ ਬਣਿਆ ਹੋਇਆ ਹੈ, ਉਸ ਦਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦਾ ਜੇ ਗੁੱਸਾ ਕਹਿ ਲਈਏ ਜਾਂ ਉਸ ਚੀਜ਼ ਦੀ ਗ੍ਰਿਫਤ ਦੇ ਵਿੱਚ ਪੱਤਰਕਾਰ ਆ ਰਿਹਾ। ਜਦਕਿ ਪੱਤਰਕਾਰ ਇੱਕ ਫ੍ਰੀ ਜ਼ੋਨ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ। ਉਸ 'ਤੇ ਨਾ ਤਾਂ ਕਿਸੇ ਤਰੀਕੇ ਦਾ ਕੋਈ ਦਬਾਅ ਹੋਣਾ ਚਾਹੀਦਾ ਹੈ ਤੇ ਨਾ ਹੀ ਕਿਸੇ ਤਰੀਕੇ ਦਾ ਉਸ 'ਤੇ ਮਤਲਬ ਕਿ ਇਸ ਤਰੀਕੇ ਦਾ ਪੋਲੀਟੀਕਲ ਪਾਰਟੀਆਂ ਨੂੰ ਖਾਸ ਕਰਕੇ, ਕਿਉਂਕਿ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਦਿਖਾਉਂਦੇ ਆ। ਹਰ ਪੋਲੀਟੀਕਲ ਪਾਰਟੀ ਨੂੰ ਘੱਟੋ ਘੱਟ ਜਗ੍ਹਾ ਹੋਣੀ ਚਾਹੀਦੀ ਹੈ। ਜਮਹੂਰੀਅਤ ਦੀ ਆਪਾਂ ਗੱਲ ਕਰ ਰਹੇ ਹਾਂ। ਨਹੀਂ, ਬਿਲਕੁਲ। ਦੇਖੋ, ਜਿੱਥੇ ਤੱਕ ਤੁਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਆਪਣੇ ਪੱਧਰ ਤੇ ਜਿਹੜਾ ਖਲਾਅ ਹੈ ਉਹ ਜ਼ਰੂਰ ਪਿਆ ਹੋਇਆ ਹੈ। ਕੋਈ ਵੀ ਪਾਰਟੀ ਆ, ਚਾਹੇ ਜਿਹੜੀ ਮੌਜੂਦਾ ਹੁਕਮਰਾਨ ਧਿਰ ਆ, ਉਹਦੇ ਅੰਦਰ ਦੇ ਵਿੱਚ ਵੀ ਦੱਬੀ ਸੁਰ ਦੇ ਵਿੱਚ ਬਹੁਤ ਸਾਰੇ ਜਿਹੜੇ ਆਗੂ ਨੇ ਉਹ ਬੋਲ ਰਹੇ ਨੇ, ਉਹ ਵੀ ਸਿਸਟਮ ਤੋਂ ਕਿਤੇ ਨਾ ਕਿਤੇ ਖਿਲਾਫ ਨੇ। ਪਰ ਇਹ ਜਿਹੜੇ ਹੁਕਮਰਾਨ ਪਾਰਟੀ ਨਾਲ ਸੰਬੰਧਿਤ ਜਿਹੜੇ ਨੇਤਾ ਹੁੰਦੇ ਨੇ, ਉਹਨਾਂ ਦੀ ਇੱਕ ਬਹੁਤ ਵੱਡੀ ਮਜਬੂਰੀ ਹੁੰਦੀ ਆ, ਉਹ ਸਰਕਾਰ ਦੇ ਨਾਲ ਜੁੜੇ ਰਹਿੰਦੇ ਨੇ। ਚਾਹੇ ਉਹਨਾਂ ਦਾ ਕੋਈ ਰਾਜਨੀਤਿਕ ਮਜਬੂਰੀ ਹੋਵੇ, ਚਾਹੇ ਕੋਈ ਲਾਲਚ ਹੋਵੇ, ਜਾਂ ਫਿਰ ਉਹਨੂੰ ਅਹੁਦਿਆਂ ਦਾ ਕੋਈ ਸੁਪਨਾ ਜਿਹੜਾ ਉਹ ਦੇਖਦਾ ਹੁੰਦਾ ਵੀ ਹੋ ਸਕਦਾ ਵੀ ਕਦੇ ਤਾਂ ਊਠ ਦਾ ਜਿਹੜਾ ਬੁੱਲ ਆ ਜਿਹੜਾ ਉਹ ਡਿੱਗੇਗਾ। ਉਸ ਕਹਾਵਤ ਦੇ ਮੁਤਾਬਕ ਉਹ ਦੇਖਦੇ ਰਹਿੰਦੇ, ਬੋਲਦੇ ਨਹੀਂ ਹੈਗੇ। ਜਿਸ ਤਰ੍ਹਾਂ ਹੁਣ ਉਦਾਹਰਨ ਦੇ ਤੌਰ ਤੇ 2 ਦਿਨ ਪਹਿਲਾਂ ਹੀ ਜਿਹੜਾ ਆਪਣਾ 3 ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ, ਉਹਦੇ ਵਿੱਚ ਕਿਵੇਂ ਦਾ ਹੱਲਾ ਗੁੱਲਾ ਹੋਇਆ, ਕਿਵੇਂ ਦੀਆਂ ਗੱਲਾਂ ਹੋਈਆਂ, ਕਿਵੇਂ ਦੇ ਉੱਥੇ ਜਿਹੜੇ ਬਿੱਲ ਆ ਉਹ ਪਾਸ ਕੀਤੇ ਗਏ। ਹੁਣ ਤੱਕ ਉਹ ਇਹ ਪਾਰਟੀ ਆ ਜਿਹੜੀ ਜਦੋਂ ਆਪੋਜੀਸ਼ਨ ਦੇ ਵਿੱਚ ਸੀਗੀ, ਇਹ ਦੋਸ਼ ਲਾਉਂਦੀ ਰਹੀ ਕਿ ਸੈਸ਼ਨ ਵੱਡਾ ਹੋਣਾ ਚਾਹੀਦਾ ਹੈ, ਬੈਠਕਾਂ ਹੋਣੀਆਂ ਚਾਹੀਦੀਆਂ, ਹਰ ਬੰਦੇ ਨੂੰ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ ਹੈ, ਜਾਂ ਇਹ ਗੱਲਾਂ ਕਰਦੇ ਰਹੇ ਤੇ ਕਿ ਵਿਧਾਇਕਾਂ ਨੂੰ ਵੀ MP ਦੀ ਤਰਜ਼ ਪਰ ਫੰਡ ਹੋਣਾ ਚਾਹੀਦਾ। ਉਹ ਸਾਰੀਆਂ ਗੱਲਾਂ ਕਰਦੇ ਰਹੇ। ਪਰ ਹੁਣ ਜਦੋਂ ਸੈਸ਼ਨ ਹੋਇਆ ਤਾਂ ਪਹਿਲੇ ਸੈਸ਼ਨ ਦੇ ਵਿੱਚ ਇਹ ਗੱਲ ਆ ਗਈ ਵੀ ਨਾ ਤੁਹਾਡਾ ਪ੍ਰੇਸ਼ਨ ਕਾਲ ਹੋਵੇਗਾ, ਨਾ ਸਿਫਰ ਕਾਲ ਹੋਵੇਗਾ, ਨਾ ਧਿਆਨ ਦਵਾਊ
ਕੋਈ ਨੋਟਿਸ ਨੋਟਿਸ ਦਿੱਤਾ ਜਾਏਗਾ। ਨਹੀਂ ਹੋਵੇਗਾ, ਸਿੱਧਾ ਆਉਂਦੀ ਸਾਰੇ ਸਿੱਧਾ ਜਿਹੜੇ ਉਹਨਾਂ ਨੇ ਬਿੱਲ ਲੈ ਕੇ ਆਉਣ ਦੇ ਜਾਂ ਕੇਂਦਰ ਸਰਕਾਰ ਦੇ ਖਿਲਾਫ ਇੱਕ ਜਿਹੜਾ ਉਹ RDF ਰੋਕਿਆ ਗਿਆ ਉਹ ਮਤਾ ਲਿਖਣ ਦਾ ਉੱਥੇ ਤੇ ਗੱਲ ਸ਼ੁਰੂ ਹੋ ਗਈ। ਤਾਂ ਉਹਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਜਿਹੜੀ ਮੁੱਖ ਵਿਰੋਧੀ ਧਿਰ ਆ ਤਾਂ ਉਹਨੇ ਆ ਕੇ ਇੱਕ ਜਿਹੜਾ ਵਿਰੋਧ ਜਤਾਇਆ ਤੇ ਉਹ ਮੇਰਾ ਖਿਆਲ ਸਦਨ ਤੋਂ ਵਾਕਆਊਟ ਕਰਕੇ ਚਲੇ ਗਏ ਤੇ ਬਾਈਕਾਟ ਕਰਕੇ। ਮੈਨੂੰ ਲੱਗਦਾ ਉੱਥੇ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਦੀ ਇੱਕ ਵੱਡੀ ਗਲਤੀ ਆ। ਠੀਕ ਆ, ਉਹਨਾਂ ਨੂੰ ਵਾਕਆਊਟ ਕਰਨਾ ਚਾਹੀਦਾ, ਵਿਰੋਧ ਜਿਹੜਾ ਆਪਣਾ ਦਰਜ ਕਰਵਾਉਣਾ ਚਾਹੀਦਾ, ਪਰ ਉਹਨਾਂ ਨੂੰ ਵਿਰੋਧ ਦਰਜ ਕਰਵਾ ਕੇ ਆ ਕੇ ਅੰਦਰ ਬੈਠਣਾ ਚਾਹੀਦਾ। ਤਾਂ ਅੰਦਰ ਸਰਕਾਰ ਦੀਆਂ ਜਿਹੜੀਆਂ ਉਹ ਕਾਨੂੰਨ ਲੈ ਕੇ ਆ ਰਹੀ ਸੀ ਉੱਥੇ ਉਹਨਾਂ ਨੂੰ ਮੈਨੂੰ ਲੱਗਦਾ ਰੋਕਣਾ ਚਾਹੀਦਾ ਤਾਂ ਸਾਰੀ ਗੱਲ ਆ ਜਿਹੜੀ ਜਨਤਕ ਕਰਨੀ ਚਾਹੀਦੀ। ਮੈਂ ਉਦਾਹਰਨ ਦੇ ਤੌਰ ਤੇ ਕਹਿ ਰਿਹਾ ਜੀ, ਜਿਸ ਤਰ੍ਹਾਂ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਆ, ਖਾਸ ਕਰਕੇ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ, ਕੱਲ ਵੀ ਉਹ ਪਟਨਾ ਸਾਹਿਬ ਦੇ ਉੱਥੇ ਗਏ ਸੀਗੇ। ਪਟਨਾ ਦੇ ਵਿੱਚ ਆਰਡੀਨੈਂਸ ਜਿਹੜਾ ਕੇਂਦਰ ਸਰਕਾਰ ਨੇ ਖਿਲਾਫ ਕੀਤਾ, ਉਹਦੇ ਵਿੱਚ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨ ਦਾ ਯਤਨ ਕਰਨ ਲੱਗੇ ਹੋਏ ਨੇ ਕਿ ਇੱਕ ਤੇ ਉੱਥੇ ਇਕੱਠੇ ਹੋਵੇ। ਉੱਥੇ ਤਾਂ ਉਹ ਸੁਪਰੀਮ ਕੋਰਟ ਦਾ ਜਿਹੜਾ ਹੁਕਮ ਦਾ ਆਇਆ ਉਹਦਾ ਹਵਾਲਾ ਦੇ ਰਹੇ ਨੇ, ਪਰ ਪੰਜਾਬ ਦੇ ਵਿੱਚ ਸੇਮ ਜਿਹੜਾ ਸੁਪਰੀਮ ਕੋਰਟ ਦਾ ਹੁਕਮ ਆਇਆ ਹੋਇਆ ਸੁਪਰੀਮ ਕੋਰਟ ਵਰਸਸ ਇੱਕ ਪ੍ਰਕਾਸ਼ ਸਿੰਘ ਹੈ ਜਿਹੜੇ ਸਾਬਕਾ DGP ਉਸ ਫੈਸਲਾ ਸੁਪਰੀਮ ਕੋਰਟ ਦਾ ਹੈ ਕਿ ਜਿਹੜਾ DGP ਆ ਉਹਦਾ ਇੱਕ ਤੁਸੀਂ ਪੈਨਲ ਭੇਜਿਆ ਜਾਵੇਗਾ UPSC ਨੂੰ। ਉੱਥੇ ਪੈਨਲ ਦੇ ਵਿੱਚ ਫਿਰ ਉਹ ਸਿਫਾਰਸ਼ਾਂ ਨਾਮ ਭੇਜਣਗੇ, ਉਹਦੇ ਵਿੱਚੋਂ DGP ਲਾਇਆ ਜਾਊਗਾ। ਹਰ ਵਾਰ ਇਦਾਂ ਹੀ ਹੁੰਦਾ ਵਰਤਾਰਾ। ਬਿਲਕੁਲ। ਇੱਥੇ ਜਾ ਕੇ ਹੁਣ ਉਹਨਾਂ ਨੇ ਕੀ ਕੀਤਾ ਕਿ ਇੱਥੇ ਤੁਸੀਂ ਜਿਹੜਾ ਸੁਪਰੀਮ ਕੋਰਟ ਦਾ ਫਿਰ ਜਿਹੜਾ ਫੈਸਲਾ ਉਹਨੂੰ ਦਰਕਿਨਾਰ ਕਰ ਦਿੱਤਾ ਗਿਆ। ਦੂਜੇ ਪਾਸੇ ਜਦੋਂ ਤੁਸੀਂ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਦੀ ਗੱਲ ਲੈ ਕੇ ਆ ਰਿਹਾ, ਉੱਥੇ ਤੁਸੀਂ ਸੁਪਰੀਮ ਕੋਰਟ ਦਾ ਜਿਹੜਾ ਹੁਕਮ ਆ ਉਹਨੂੰ ਮੰਨ ਰਿਹਾ। ਕਿਤੇ ਨਾ ਕਿਤੇ ਸਿਆਸਤਦਾਨਾਂ ਦੇ ਵਿੱਚ ਇਹ ਗੱਲ ਹੋ ਗਈ ਕਿ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਆ, ਸੂਟ ਕਰਦੀ ਆ, ਜਿਹੜੀ ਗੱਲ ਉਹਨਾਂ ਨੂੰ ਸੂਟ ਕਰਦੀ ਆ, ਉੱਥੇ ਉਸ ਮੁਤਾਬਕ ਉਹ ਆਪਣੇ ਆਪ ਨੂੰ ਢਾਲਦੇ ਆ, ਉਸ ਮੁਤਾਬਕ ਉਹ ਫੈਸਲਾ ਲੈਂਦੇ ਨੇ, ਨਹੀਂ ਤਾਂ ਉਹਨਾਂ ਨੂੰ ਬਾਕੀਆਂ ਨੂੰ ਉਹ ਦਰਕਿਨਾਰ ਕਰਦੇ ਨੇ। ਇਸੇ ਕਰਕੇ ਜਿਹੜੀ ਇਹ ਬਾਰ-ਬਾਰ ਹੁਣ ਚਾਹੇ ਅਕਾਲੀ ਦਲ ਸੀਗਾ ਚਾਹੇ ਕਾਂਗਰਸ ਸੀਗੀ, ਉਹਨਾਂ ਨੇ ਉਹ ਗੱਲ ਕੀਤੀ ਕਿ ਜਦੋਂ ਤੁਸੀਂ ਆਪੋਜੀਸ਼ਨ ਵਿੱਚ ਸੀਗੇ ਉਦੋਂ ਤੁਸੀਂ ਇਹ ਬਹੁਤ ਡਿਮਾਂਡ ਕਰਦੇ ਰਹੇ ਕਿ ਸੈਸ਼ਨ ਲੰਬਾ ਹੋਣਾ ਚਾਹੀਦਾ, ਤਾਂ ਇਹ ਸੈਸ਼ਨ ਲੰਬਾ ਨਹੀਂ ਹੋਇਆ। ਤੇ ਦੂਜੀ ਗੱਲ ਇਹ ਮੈਨੂੰ ਜਦੋਂ ਦਾ ਮੈਂ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਨੂੰ ਕਵਰ ਕਰਦਾ ਦੇਖਦਾ ਰਿਹਾ, ਇਹ ਪਹਿਲੀ ਵਾਰੀ ਹੋਇਆ ਬਿੰਦੂ ਜੀ ਕਿ ਜਿਹੜੀ BAC ਆ ਬਿਜ਼ਨਸ ਐਡਵਾਈਜ਼ਰੀ ਕਮੇਟੀ ਉਹਦੀ ਕੋਈ ਮੀਟਿੰਗ ਨਹੀਂ ਹੋਈ ਹੈਗੀ, ਜਦ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਣਾ ਸੈਸ਼ਨ ਦੇ ਬਾਅਦ ਲਾਜ਼ਮੀ ਹੈ ਕਿ ਤੁਸੀਂ ਕੀ ਬਿਜ਼ਨਸ ਲੈ ਕੇ ਆ ਰਿਹਾ। ਜੇਕਰ ਤੁਸੀਂ ਬਿਜ਼ਨਸ ਨਹੀਂ ਸੀ ਲੈ ਕੇ ਆਉਣਾ ਤਾਂ ਉੱਥੇ ਜਿਹੜੇ ਸਾਡੇ ਮਾਣਯੋਗ ਸਪੀਕਰ ਨੇ ਉਹਨਾਂ ਦਾ ਇੱਕ ਫਰਜ਼ ਬਣਦਾ, ਡਿਊਟੀ ਬਣਦੀ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਤਾਂ ਬੁਲਾਉਂਦੇ, ਉੱਥੇ ਦੱਸ ਦਿੰਦੇ ਕਿ ਭਾਈ ਕੋਈ ਬਿਜ਼ਨਸ ਨਹੀਂ ਹੈਗਾ ਜਿਸ ਕਰਕੇ ਅੱਜ ਇਹ ਚੱਲਣਾ, ਤਾਂ ਕਿ ਜਿਹੜੀ ਵਿਰੋਧੀ ਧਿਰ ਆ ਉਹ ਸੰਤੁਸ਼ਟ ਹੋ ਜਾਂਦੀ, ਉੱਥੇ ਗੱਲ ਕਰਨ ਦਾ ਮੌਕਾ ਮਿਲਦਾ। ਉਹਨਾਂ ਨੇ ਉਹ ਵੀ ਨਹੀਂ ਬਣਾਈ। ਹੁਣ ਇੱਕ ਨਵਾਂ ਜਿਹੜਾ ਸਿਲਸਿਲਾ ਚੱਲ ਰਿਹਾ ਪਿਛਲੇ 1 ਸਾਲ ਤੋਂ ਕਿ ਜਿਹੜਾ ਸੈਸ਼ਨ ਆ ਉਹਨੂੰ ਅਣਮਿੱਥੇ ਲਈ ਮੁਲਤਵੀ ਕਰ ਦਿੰਦੇ ਆ। ਨਹੀਂ, ਸ਼ਾਇਦ ਇਹਦਾ ਕਾਰਨ ਜੈਸੰਗ ਜੀ ਇਸ ਕਰਕੇ ਇਹ ਕਾਰਨ ਨਹੀਂ ਹੈਗਾ ਕਿਉਂਕਿ ਜਿਹੜਾ ਇਸ ਵਾਰੀ 2 ਦਿਨੀ ਜਿਹੜਾ ਇਜਲਾਸ ਰੱਖਿਆ ਗਿਆ ਉਸ ਦੇ ਵਿੱਚ ਪਿਛਲੀ ਕੰਟੀਨਿਊਟੀ ਚ ਆ ਰਿਹਾ ਸੀਗਾ ਕਿਉਂਕਿ ਬਜਟ ਸੈਸ਼ਨ ਹੁਣੀ ਹੋ ਕੇ ਗਿਆ ਜਿਹੜਾ ਹੈਗਾ, ਬਜਟ ਸੈਸ਼ਨ ਦੀ ਕਿਤੇ ਕੰਟੀਨਿਊਟੀ ਚ ਆ ਰਿਹਾ ਸੀ। ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ ਕਿ ਸ਼ਾਇਦ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਏਜੰਡੇ ਜਾਂ ਵਿਸ਼ੇ ਕਿਹੜੇ ਲਿਸਟ ਕੀ ਤੈਅ ਹੋਏਗੀ ਬਿਜ਼ਨਸ ਦੀ, ਉਹ ਸ਼ਾਇਦ ਨਹੀਂ ਉਸ ਤਰੀਕੇ ਦੇ ਨਾਲ ਆ ਸਕੀ। ਤੁਸੀਂ ਦੇਖਿਓ, ਤੁਹਾਡੇ ਯਾਦ ਹੋਵੇਗਾ ਕਿ ਜਦੋਂ ਸੈਸ਼ਨ ਬੁਲਾਉਣ ਵਾਸਤੇ ਵਿਧਾਨ ਸਭਾ ਸਕੱਤਰੇਤ ਨੇ ਸਾਰੇ ਦਫ਼ਤਰਾਂ ਨੂੰ ਇੱਕ ਚਿੱਠੀ ਰੂਟੀਨ ਦੇ ਵਿੱਚ ਨਿਕਲਦੀ ਆ, ਉਹਨਾਂ ਨੇ ਇੱਕ ਚਿੱਠੀ ਆ ਜਿਹੜੀ ਸੂਚਨਾ ਹਿੱਤ ਵਾਸਤੇ ਪੰਜਾਬ ਦੇ ਜਿਹੜੇ ਰਾਜਪਾਲ ਨੇ ਬਨਵਾਰੀ ਲਾਲ ਭਰੋਟ ਜੀ, ਉਹਨਾਂ ਨੂੰ ਵੀ ਇੱਕ ਚਿੱਠੀ ਭੇਜੀ ਕਿ ਅਸੀਂ ਇੰਨੀ ਤਰੀਕ ਨੂੰ ਜਿਹੜਾ ਸੈਸ਼ਨ ਆ ਉਹ ਬੁਲਾ ਰਹੇ ਆ। ਉਹ ਸੈਸ਼ਨ ਬੁਲਾਉਣ ਦੇ ਖਾਤਰ ਜਦ ਰਾਜਪਾਲ ਉਹਨਾਂ ਨੇ ਉਹਦਾ ਕਾਰਨ ਪੁੱਛਿਆ ਤਾਂ ਗਵਰਨਰ ਸਾਹਿਬ ਦੇ ਜਿਹੜਾ ਚਿੱਠੀ ਦਾ ਜਵਾਬ ਤਾਂ ਉਹਨੂੰ ਇਹ ਦੱਸਿਆ ਗਿਆ ਕਿ ਜੇ ਉਹ ਬਿਜ਼ਨਸ ਹੋਵੇਗਾ ਉਹ BAC ਦੇ ਮੀਟਿੰਗ ਦੇ ਵਿੱਚ ਤੈਅ ਕੀਤਾ ਜਾਵੇਗਾ, ਉਹ ਤੁਹਾਨੂੰ ਦੱਸ ਦੇਵੇਗਾ। ਤੁਸੀਂ ਦੇਖੋ, ਇੱਕ ਪਾਸੇ ਤਾਂ ਤੁਸੀਂ ਇਹ ਗੱਲ ਕਹਿ ਰਹੇ ਕਿ BAC ਦੀ ਵਿੱਚ ਮੀਟਿੰਗ 'ਚ ਜੋ ਫੈਸਲਾ ਹੋਵੇਗਾ ਉਹ ਤੁਹਾਨੂੰ ਬਿਜ਼ਨਸ ਦੱਸਿਆ ਜਾਵੇਗਾ, ਫਿਰ ਉਹ ਮੀਟਿੰਗ ਬੁਲਾਈ ਹੋ ਨਹੀਂ ਗਈ ਹੈਗੀ। ਇਸ ਕਰਕੇ ਕਿਤੇ ਨਾ ਕਿਤੇ ਰਾਜਪਾਲ ਨੂੰ ਵੀ ਧੋਖੇ ਦੇ ਵਿੱਚ ਰੱਖਿਆ ਗਿਆ ਤੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਧੋਖੇ ਦੇ ਵਿੱਚ ਰੱਖਿਆ ਗਿਆ, ਜਿਹੜੀ ਓਪੋਜੀਸ਼ਨ ਆ ਉਹਨੂੰ ਵੀ ਧੋਖੇ ਦੇ ਵਿੱਚ ਰੱਖਿਆ ਗਿਆ। ਇਹ ਇੱਕ ਜਿਹੜਾ ਮਾਹੌਲ ਰਾਜਨੀਤੀ ਦਾ ਬਣ ਰਿਹਾ ਪੰਜਾਬ ਦੇ ਵਿੱਚ, ਇੱਕ ਮੈਨੂੰ ਲੱਗਦਾ ਇਹ ਪਹਿਲਾਂ ਅਜਿਹਾ ਵਰਤਾਰਾ ਕਦੇ ਦੇਖਣ ਨੂੰ ਨਹੀਂ ਮਿਲਿਆ। ਇਹ ਜਿਹੜੀ ਟਕਰਾਅ ਦੀ ਰਾਜਨੀਤੀ ਚੱਲ ਰਹੀ ਆ, ਚਾਹੇ ਉਹ ਦਿੱਲੀ ਦੇ ਵਿੱਚ ਕੇਂਦਰ ਨਾਲ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਗਵਰਨਰ ਦੇ ਨਾਲ ਚੱਲ ਰਹੀ ਹੈ, ਇਹ ਦੇਸ਼ ਵਾਸੀਆਂ ਦੇ ਹਿੱਤ ਵਿੱਚ ਨਹੀਂ ਹੈਗੀ। ਤੁਸੀਂ ਦੇਖੋ, ਗਰਮੀ ਦਾ ਪੂਰਾ ਸੀਜ਼ਨ ਚੱਲ ਰਿਹਾ, ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਬਿਜਲੀ ਦੇ ਕੱਟ ਲੱਗ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੇਂਦਰ ਸਰਕਾਰ ਨੂੰ, ਬਿਜਲੀ ਮੰਤਰਾਲਿਆਂ ਨੂੰ ਇੱਕ ਚਿੱਠੀ ਲਿਖੀ ਕਿ ਸਾਨੂੰ 1000 ਮੈਗਾਵਾਟ ਆ ਜਿਹੜਾ ਬਿਜਲੀ ਦੀ ਆ ਜਿਹੜੀ ਉਹ ਡਿਮਾਂਡ ਵੱਧ ਰਹੀ ਹੈ ਕਿਉਂਕਿ ਝੋਨਾ ਲੱਗ ਰਿਹਾ, ਕਿ ਸਪੈਸ਼ਲ ਸਾਨੂੰ 1000 ਮੈਗਾਵਾਟ ਕੇਂਦਰੀ ਪੂਲ ਤੋਂ ਦਿੱਤੀ ਜਾਵੇ। ਕੇਂਦਰ ਸਰਕਾਰ ਨੇ ਅਜੇ ਤੱਕ ਉਹਦੇ ਪਰ ਕੋਈ ਫੈਸਲਾ ਨਹੀਂ ਲਿਆ ਹੈਗਾ। ਕਿਉਂਕਿ ਝੋਨੇ ਦਾ ਆਖਰੀ ਪੜਾਅ ਜਿਹੜਾ ਉਹ ਚੱਲ ਰਿਹਾ।
ਇਸੇ ਤਰ੍ਹਾਂ ਜਿਹੜੇ ਆਰਡੀਐਫ ਦੇ ਪੈਸੇ ਨੇ ਜੋ ਜੀ। ਤੁਸੀਂ ਤੁਹਾਡੇ ਸਾਹਮਣੇ ਸੈਸ਼ਨ ਦੇ ਵਿੱਚ ਆਇਆ ਕਿ 3000 ਤੋਂ ਉੱਪਰ ਜਿਹੜੀ ਰਾਸ਼ੀ ਲਗਭਗ ਉਹ ਰੋਕੀ ਹੋਈ ਆ, ਜੀ। ਉਹਦੇ ਪਰ ਕੇਂਦਰ ਸਰਕਾਰ ਕੋਈ ਹਾਂ ਪੱਖਿਓਂ ਘਾਰਾ ਨਹੀਂ ਭਰ ਰਹੀ। ਇਸੇ ਤਰ੍ਹਾਂ ਜਿਹੜਾ ਆਪਣਾ ਹੈਲਥ ਮਿਸ਼ਨ ਦੇ ਪੈਸੇ ਆ ਉਹ ਵੀ ਉਹਨਾਂ ਨੇ ਕਈ 800 ਕਰੋੜ ਦੇ ਕਰੀਬ ਜਿਹੜੀ ਰਾਸ਼ੀ ਆ ਉਹਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਇਸੇ ਕਰਕੇ ਜਿਹੜਾ ਕੇਂਦਰ ਤੇ ਪੰਜਾਬ ਦਾ ਜਿਹੜਾ ਟਕਰਾਅ ਚੱਲ ਰਿਹਾ ਨਾ ਉਹ ਬਹੁਤ ਖਤਰਨਾਕ ਚੱਲ ਰਿਹਾ। ਇਹਦੇ ਨਾਲ ਜਿਹੜਾ ਪੰਜਾਬ ਦੇ ਲੋਕ ਆ ਉਹ ਪਿਛ ਰਿਹਾ। ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਹੋਣੀ ਸੀ, ਪੰਜਾਬ ਦਾ ਵਿਕਾਸ ਹੋਣਾ ਤਾਂ ਉਹ ਜ਼ਰੂਰ ਪ੍ਰਭਾਵਿਤ ਹੋ ਰਿਹਾ। ਇਸ ਪਾਸੇ ਨੂੰ ਸਰਕਾਰ ਨੂੰ ਸੋਚਣ ਤੇ ਵਿਚਾਰਨ ਦੀ ਜ਼ਰੂਰਤ ਹੈ। ਜੈ ਸਿੰਘ ਜੀ, ਜਿੱਥੋਂ ਤੱਕ ਆਪਾਂ ਗੱਲ ਕਰੀਏ ਟਕਰਾਅ ਦੀ, ਜਿਹੜੀ ਖਾਸ ਕਰਕੇ ਜਦੋਂ ਕੇਂਦਰ ਦੇ ਨਾਲ ਟਕਰਾਅ ਹੈਗਾ ਜਾਂ ਰਾਜਪਾਲ ਦੇ ਨਾਲ ਜਿਹੜਾ ਟਕਰਾਅ ਹੈਗਾ, ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਬਦਲਾਅ ਦੀ ਪਾਰਟੀ ਬਣ ਕੇ ਆਈ ਸੀਗੀ ਔਰ ਲੋਕਾਂ ਨੇ ਜਦਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵਿਧਾਨ ਸਭਾ 'ਚ ਖੜੇ ਹੋ ਕੇ ਜਦੋਂ ਗੱਲ ਕਰਦੇ ਹੈ ਤਾਂ ਇਹੀ ਵਾਰ-ਵਾਰ ਗੱਲ ਕਹਿੰਦੇ ਹੈ ਕਿ ਸਾਨੂੰ ਕੰਮ ਕਰ ਲੈਣ ਦਿਓ, ਸਾਨੂੰ ਸਰਕਾਰ ਚਲਾ ਲੈਣ ਦਿਓ, ਬੇਮਤਲਬ ਦੀਆਂ ਨੁਕਤਾਚੀਨੀਆਂ ਸਾਡੀਆਂ ਨਾ ਕਰੋ। ਤੁਸੀਂ ਲੋਕਾਂ ਨੇ ਪਿਛਲੇ ਟਾਈਮ ਦੇ ਵਿੱਚ ਕੀਤਾ ਕੀ ਹੈ? 92 ਵਿਧਾਇਕ ਅਸੀਂ ਲੈ ਕੇ ਇੱਥੇ ਮੈਜੋਰਟੀ ਦੇ ਵਿੱਚ ਆਏ ਸੀਗੇ। ਉਹਨਾਂ ਨੂੰ ਐਵੇਂ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਸ਼ਾਇਦ ਰਾਜਪਾਲ ਦੇ ਨਾਲ ਵੀ ਟੱਕਰਾ ਬਾਰ-ਬਾਰ ਟਕਰਾ ਜਿਹੜਾ ਹੋ ਰਿਹਾ, ਉਹਨਾਂ ਨੂੰ ਐਂ ਲੱਗਦਾ ਕਿ ਜਿਹੜਾ ਫੈਡਰਲ ਸਟਰਕਚਰ ਦੀ ਇੱਕ ਗੱਲ ਬਾਰ-ਬਾਰ ਕਿਤੇ ਆਂਦੀ ਹੈ, ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਜਿਹੜੀ ਆਂਦੀ ਹੈ, ਕਿਤੇ ਉਹਨਾਂ ਨੂੰ ਸ਼ਾਇਦ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਦਾ ਜਾਂ ਕੁਝ ਇਸ ਤਰੀਕੇ ਦਾ ਵਰਤਾਰਾ ਵੀ ਤੁਸੀਂ ਦੇਖ ਰਹੇ ਹੋ? ਨਹੀਂ, ਦੇਖੋ ਜਿਹੜੀ ਗੱਲ ਤੁਸੀਂ ਬਦਲਾਅ ਦੀ ਗੱਲ ਕੀਤੀ ਆ, ਪੰਜਾਬ ਦੇ ਲੋਕਾਂ ਨੇ ਬਹੁਤ ਬਹੁਮਤ ਦਿੱਤਾ ਹੈ। 92 ਵਿਧਾਇਕਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਲੋਕਾਂ ਨੇ ਜਿਹੜੇ ਕਾਂਗਰਸ ਤੇ ਅਕਾਲੀ ਦਲ ਤੇ ਜਿਹੜਾ ਗੁੱਸਾ ਸੀਗਾ ਉਹ ਗੁੱਸਾ ਕੱਢ ਕੇ ਇਹਨਾਂ ਨੂੰ ਜਿਤਾਇਆ, ਇਸ ਕਰਕੇ ਭੇਜਿਆ। ਹੁਣ ਤੁਸੀਂ ਦੇਖੋ ਬਦਲਾਅ ਦੀ ਗੱਲ ਕੀਤੀ ਆ, ਠੀਕ ਹੈ ਵੀ ਇਹਨਾਂ ਨੇ ਜਿਹੜੇ ਵਾਧੂ ਪੈਨਸ਼ਨਾਂ ਲੈਂਦੇ ਤੇ ਵਿਧਾਇਕ ਉਹਨਾਂ ਦੀ ਪੈਨਸ਼ਨ ਕੱਟ ਦਿੱਤੀ। ਇਹ ਬਦਲਾਅ ਦੀ ਕੀ ਗੱਲ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਜਿਹੜਾ ਚੀਫ ਵਿਪ ਲਾਇਆ ਹੈ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਚੀਫ ਵਿਪ ਲਾ ਕੇ ਕੈਬਨਿਟ ਦੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ। ਚੀਫ ਵਿਪ ਦਾ ਕੰਮ ਕੀ ਆ? ਚੀਫ ਵਿਪ ਦਾ ਸਿਰਫ ਇੰਨਾ ਕੁ ਕੰਮ ਆ ਵੀ ਜਦੋਂ ਕੋਈ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਂਦਾ ਹੈ, ਕਈ ਵਾਰੀ ਅਜਿਹਾ ਮੌਕਾ ਆ ਜਾਂਦਾ ਹੈ ਕਿਸੇ ਬਿੱਲ ਪਰ ਵੋਟਿੰਗ ਹੋਣੀ ਹੁੰਦੀ ਆ, ਉਦੋਂ ਚੀਫ ਵਿਪ ਨੇ ਇੱਕ ਹੁਕਮ ਜਾਰੀ ਕਰਨੇ ਹੁੰਦੇ ਆ ਵਿਧਾਇਕਾਂ ਨੂੰ ਹਾਜ਼ਰ ਰਹਿਣ ਵਾਸਤੇ। ਇਹ ਤੋਂ ਇਲਾਵਾ ਕੋਈ ਕੰਮ ਨਹੀਂ ਚੀਫ ਵਿਪ ਦਾ। ਤੇ ਉਹਨੂੰ ਕੈਬਨਿਟ ਦੀਆਂ ਸਹੂਲਤਾਂ ਦਿੱਤੀਆਂ, ਤਨਖਾਹਾਂ ਲਾ ਦਿੱਤੀਆਂ ਤੇ ਉਹਨਾਂ ਨੂੰ ਸੈਕਟਰੀਏਟ ਵਿੱਚ ਇੱਕ ਕਮਰਾ ਦੇ ਦਿੱਤਾ। ਕੈਬਨਿਟ ਜਿੰਨਾ ਸਟਾਫ ਆ ਉਹਨਾਂ ਦੇ ਨਾਲ ਲਾਤਾ। ਇਹ ਲੋਕਾਂ ਪਰ ਬੋਝ ਨਹੀਂ ਪੈ ਰਿਹਾ ਜੀ। ਤੁਸੀਂ ਅਸਲ ਵਿੱਚ ਕਹਿੰਦੇ ਕੁਝ ਨੇ, ਇਹ ਕਰ ਕੁਝ ਰਹੇ ਨੇ, ਦਿਖਾ ਕੁਝ ਹੋ ਰਹੇ ਨੇ। ਬਦਲਾਅ ਕਰਨਾ ਤੁਸੀਂ ਕਰੋ, ਲੋਕ ਹਿੱਤ ਦੇ ਵਿੱਚ ਫੈਸਲੇ ਕਰੋ ਨਾ, ਕਰਨੇ ਚਾਹੀਦੇ ਆ। ਲੋਕਾਂ ਨੂੰ ਪਤਾ ਲੱਗੇ ਵੀ ਹੋਵੇ। ਹੁਣ ਰਾਜਨੀਤਿਕ ਲੋਕਾਂ ਪਰ ਪਰਚੇ ਦਰਜ ਕਰ ਰਹੇ ਆ, ਵਧੀਆ ਗੱਲ ਆ। ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੀ ਲੁੱਟ ਕੀਤੀ ਆ ਉਹ ਅੰਦਰ ਜਾਣੇ ਚਾਹੀਦੇ ਆ, ਫੜੇ ਜਾਣੇ ਚਾਹੀਦੇ ਆ। ਪਟਵਾਰੀ ਫੜੇ ਜਾ ਰਹੇ ਨੇ, ਨਾਇਬ ਤਹਿਸੀਲਦਾਰ ਫੜੇ ਜਾ ਰਹੇ ਨੇ, ਹੌਲਦਾਰ ਫੜਿਆ ਜਾ ਰਿਹਾ, ਸਿਪਾਹੀ ਫੜਿਆ ਜਾ ਰਿਹਾ, ਇੰਸਪੈਕਟਰ ਤੱਕ ਦੇ ਫੜੇ ਜਾ ਰਹੇ ਆ। ਕੋਈ ਐਸਡੀਐਮ ਫੜਿਆ, ਕੋਈ ਆਈਐਸ ਫੜਿਆ, ਕੋਈ ਪੀਸੀਐਸ ਅਧਿਕਾਰੀ ਫੜਿਆ। ਇੱਕ ਜਿਹੜਾ ਆਈਐਸ ਫੜਿਆ ਦਾ ਪੋਪਲੀ ਜਿਹਦੇ ਘਰ ਤੇ ਸੋਨਾ ਮਿਲਿਆ, ਉਹ ਤੋਂ ਬਾਅਦ ਇੱਕ ਪਲਾਟਾਂ ਦਾ ਘਪਲਾ ਹੋਇਆ ਉਦਯੋਗ ਵਿਭਾਗ ਦੇ ਵਿੱਚ, ਸਰੇਆਮ ਆਈਐਸ ਅਧਿਕਾਰੀਆਂ ਦਾ ਨਾਮ ਆ। ਉਸ ਮਾਮਲੇ 'ਚ ਕੀ ਹੋਇਆ? ਉਹ ਤੋਂ ਬਾਅਦ ਤੁਹਾਡੇ ਅਮਰੂਦ ਘਟਾਲਾ ਇੱਕ ਹੋਇਆ, ਇੱਕ ਡੀਸੀ ਦੀ ਘਰ ਵਾਲੀ ਨੇ ਕਿੰਨੇ ਪੈਸੇ ਆ ਜਿਹੜੇ ਉਹਦੇ ਮੁਆਵਜ਼ੇ ਦੇ ਰੂਪ ਵਿੱਚ ਲਿੱਤੇ, ਉਹ ਅੱਜ ਵੀ ਡੀਸੀ ਲੱਗਿਆ ਹੋਇਆ, ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ? ਕਿਤੇ ਨਾ ਕਿਤੇ ਦਿਖਾਵਾ ਕੀਤਾ ਜਾ ਰਿਹਾ, ਦਿਖਾਵਾ ਵੱਧ ਕੀਤਾ ਜਾ ਰਿਹਾ, ਕੰਮ ਬਹੁਤ ਘੱਟ ਕੀਤਾ ਜਾ ਰਿਹਾ। ਸਹੀ ਮਾਇਨੇ ਦੇ ਵਿੱਚ ਕੰਮ ਕਰਨ ਦੀ ਲੋੜ ਆ। ਸਪਾਰਖੂ ਦੇ ਅੱਖ ਦੇ ਨਾਲ ਸਭ ਨੂੰ ਦੇਖਣ ਤੇ ਪਾਸ ਜਿਹੜਾ ਤੋਲਣ ਦੀ ਜ਼ਰੂਰਤ ਆ, 13 ਤੋਲਣ ਦੀ ਜ਼ਰੂਰਤ ਆ। ਇਹ ਮੈਸੇਜ ਨਹੀਂ ਜਾਣਾ ਚਾਹੀਦਾ ਕਿ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ, ਜਿਵੇਂ ਕਿ ਹੁਣ ਇਹ ਮੈਸੇਜ ਜਾਣ ਲੱਗ ਪਿਆ ਜੀ। ਜਿਹੜਾ ਤੁਸੀਂ 13 ਦੀ ਗੱਲ ਕਰ ਰਹੇ ਹੋ, 13 ਤੋਂ ਮੈਨੂੰ ਗੁਰੂ ਨਾਨਕ ਸਾਹਿਬ ਯਾਦ ਆ ਜਾਂਦੇ ਆ। ਉਹਦੇ ਬਾਅਦ ਫਿਰ ਜੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੀਏ ਤਾਂ ਡੈਫੀਨੇਟਲੀ ਗੁਰਬਾਣੀ ਵੀ ਯਾਦ ਆ ਜਾਂਦੀ ਹੈ। ਜੇ ਪਿਛਲੇ ਦਿਨੀ ਆਪਾਂ ਗੁਰਦੁਆਰਾ ਐਕਟ ਦੀ ਗੱਲ ਕਰ ਲਈਏ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਤੜਥਲੀ ਜੀ ਮਚੀ ਹੋਈ ਹੈ, ਜਿਹੜਾ ਖਿੱਚਧੂ ਬਹੁਤ ਹੋ ਰਹੀ ਹੈ। ਇੱਕ ਪਾਰਟਿਕੂਲਰ ਨਿੱਜੀ ਚੈਨਲ ਤੇ ਜਿਹੜਾ ਉਹ ਹਮਲਾ ਹੋ ਰਿਹਾ ਹੈ ਤੇ ਉਹ ਕਿੰਨਾ ਕੁ ਠੀਕ ਹੈ, ਕਿੰਨਾ ਕੁ ਗਲਤ ਹੈ, ਉਹ ਤਾਂ ਬਾਅਦ ਦੀ ਗੱਲ ਹੈ। ਉਹ ਤਾਂ ਕਾਗਜ਼ਾਂ ਪੱਤਰਾਂ ਦੀ ਗੱਲ ਹੈ, ਡਿਟੇਲਾਂ ਦੀ ਗੱਲ ਹੈ। ਪਰ ਜਿੱਥੋਂ ਤੱਕ ਅਸੀਂ ਗੱਲ ਕਰੀਏ ਇਸ ਤਰੀਕੇ ਦਾ ਇੱਕ ਟਕਰਾਅ ਸਰਕਾਰ ਦਾ ਧਰਮ ਦੇ ਨਾਲ ਹੋਣਾ, ਔਰ ਖਾਸ ਕਰਕੇ ਜਿਹੜੀ ਵਿਰੋਧੀ ਧਿਰ ਹੈਗੀ ਅਕਾਲੀ ਦਲ ਦੀ ਗੱਲ ਕਰ ਲਈਏ, ਵਿਕਰਮ ਮਜੀਠੀਆ ਨੇ ਹੁਣੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਹਾਲ ਹੀ ਦੇ ਵਿੱਚ, ਤੇ ਉਹਨਾਂ ਨੇ ਇਹ ਗੱਲ ਕਹੀ ਕਿ ਧਰਮ ਦੇ ਨਾਲ ਛੇੜਖਾਨੀ ਜਿਹੜੀ ਹੈ ਉਹ ਸਰਕਾਰ ਨਾ ਕਰੇ ਤਾਂ ਠੀਕ ਹੈਗੀ ਹੈ, ਕਿਉਂਕਿ ਧਰਮ ਇੱਕ ਅੱਡ ਚੀਜ਼ ਹੈਗੀ ਹੈ ਔਰ ਸਰਕਾਰ ਜਿਹੜੀ ਹੈਗੀ ਹੈ ਉਹ ਇੱਕ ਅੱਡ ਚੀਜ਼ ਹੈਗੀ ਹੈ। ਪਰ ਕਿਤੇ ਨਾ ਕਿਤੇ ਇਹ ਜਿਹੜਾ ਸਾਰਾ ਦਾ ਸਾਰਾ ਇੱਕ ਹੋਰ ਨਵਾਂ ਬਣਦਾ ਚਾਹ ਰਿਹਾ। ਉਹਨਾਂ ਨੇ ਇਹ ਵੀ ਨਾਲ ਕੋਟ ਕੀਤਾ ਕਿ ਜਿੱਥੋਂ ਤੱਕ ਹੋ ਸਕਦਾ ਐਵੇਂ ਵੀ ਹੋ ਸਕਦਾ ਕੱਲ ਨੂੰ ਦੂਸਰੇ ਧਰਮਾਂ ਤੇ ਵੀ ਦਖਲ ਜਿਹੜਾ ਉਹ ਆਵੇ। ਦੇਖੋ ਬਿਲਕੁਲ ਸਹੀ ਗੱਲ ਆ, ਜਿਹੜੀ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਧਰਮ ਦੇ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਸਰਕਾਰਾਂ ਦਾ ਕੰਮ ਆ ਲੋਕ ਹਿੱਤ ਦੇ ਕੰਮ ਕਰਨੇ, ਵਿਕਾਸ ਕਰਨਾ, ਸੂਬਿਆਂ ਦਾ ਵਿਕਾਸ ਕਰਨਾ। ਉਹਨਾਂ ਨੂੰ ਉਹ ਕੰਮ ਆਪਣਾ ਕਰਨਾ ਚਾਹੀਦਾ, ਧਰਮ ਦੇ ਮਾਮਲੇ ਵਿੱਚ ਨਹੀਂ ਦਖਲ ਦੇਣਾ ਚਾਹੀਦਾ। ਠੀਕ ਹੈ ਕਿ ਇੱਕ ਚੈਨਲ ਦੇ ਖਿਲਾਫ
ਬਹੁਤ ਸਾਰੇ ਲੋਕ ਆ, ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਇਹ ਚਾਹੁੰਦੀਆਂ ਵੀ ਕਿਸੇ ਦਾ ਗੱਲਬਾਤ ਨਹੀਂ ਹੋਣਾ ਚਾਹੀਦਾ, ਇਹ ਇੱਕ ਅਲੱਗ ਮੈਟਰ ਆ। ਤੇ ਦੂਜੀ ਗੱਲ ਇਹ ਵੀ ਇੱਕ ਗੱਲ ਹੁਣ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਗਈ ਕਿ ਅਗਲੇ ਮਹੀਨੇ ਉਸ ਚੈਨਲ ਦਾ ਜਿਹੜਾ ਐਗਰੀਮੈਂਟ ਸੀਗਾ ਉਹ ਖਤਮ ਹੋਣ ਜਾ ਰਿਹਾ ਸੀਗਾ। ਉਹ ਖਤਮ ਹੋਣ ਦਾ ਤੋਂ ਪਹਿਲਾਂ ਹੀ ਸਰਕਾਰ ਨੇ ਆਪਣੀ ਵਾਹ ਖੱਟਣ ਵਾਸਤੇ ਕਿ ਅਸੀਂ ਉਹ ਜਿਹੜਾ ਕੈਂਸਲ ਕਰਵਾ ਰਿਹਾ ਜਾਂ ਸਾਡੇ ਕਰਕੇ ਉਹ ਕੈਂਸਲ ਹੋਵੇਗਾ, ਉਹ ਵਾਹ ਖੱਟਣ ਵਾਸਤੇ ਇਹ ਸਾਰਾ ਇੱਕ ਢੌਂਗ ਆ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਰਚਿਆ। ਦੇਖੋ ਜਦ ਉਹ ਬਾਰ-ਬਾਰ ਕਹਿ ਰਹੇ ਆ ਕਿ ਐਡਵੋਕੇਟ ਧਾਮੀ ਜੀ ਕਹਿ ਰਹੇ ਨੇ ਜਿਹੜੇ SGPC ਦੇ ਪ੍ਰਧਾਨ ਨੇ ਕਿ 2016 ਦੇ ਵਿੱਚ ਜਿਹੜਾ ਆਖਰੀ ਵਾਰੀ ਆ ਜਿਹੜਾ ਉਹ ਰੂਲਾਂ ਦੇ ਵਿੱਚ ਸੋਧ ਹੋਈ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਜਨਰਲ ਇਜਲਾਸ ਹੋਇਆ ਉਹਦੇ ਵਿੱਚ ਫੈਸਲਾ ਹੋਇਆ ਤਾਂ ਜਿਹੜਾ ਲੋਕ ਸਭਾ ਨੇ ਜਾ ਕੇ ਫਿਰ ਉਹ ਰੂਲ ਆ ਜਿਹੜੇ ਉਹਨਾਂ ਦੇ ਵਿੱਚ ਸੋਧ ਕੀਤੀ। ਉਹ ਤਾਂ ਬਾਰ-ਬਾਰ ਕਰਕੇ ਪਾਰਲੀਮੈਂਟ 'ਚ ਹੋ ਸਕਦੇ ਆ ਸੋਧ। ਤੇ ਹੁਣ ਇਹ ਸੋਧ ਦੇਖੋ ਪਾਰਲੀਮੈਂਟ 'ਚ ਹੁੰਦੀ ਹੈ ਜਾਂ ਇਹ ਆਪਣੀਆਂ ਦੋਵੇਂ ਧਿਰਾਂ ਜਿਹੜੀਆਂ ਉਦਾਹਰਨਾਂ ਦੇ ਰਹੀਆਂ ਜਾਂ ਆਪਣੇ ਜਿਹੜੇ ਤਰਕ ਦੇ ਰਹੀਆਂ। ਪਰ ਤੁਸੀਂ ਇੱਕ ਗੱਲ ਦੇਖੋ, ਧਰਮ ਦੇ ਮਾਮਲੇ ਨੂੰ ਲੈ ਕੇ ਚਾਹੇ ਸੁਖਦੇਵ ਸਿੰਘ ਢੀਂਡਸਾ ਪੂਰੀ ਹੋਣ, ਉਹਨਾਂ ਦੀ ਪਾਰਟੀ ਹੋਵੇ, ਬੀਬੀ ਜਗੀਰ ਕੌਰ ਹੋਣੀ ਹੋਵੇ, ਈਵਨ ਕਿ ਸਿਮਰਨਜੀਤ ਸਿੰਘ ਮਾਨ ਵੀ ਜਿਹੜੇ ਕਿ ਕੱਟੜ ਬਾਦਲ ਪਰਿਵਾਰ ਹੋਰਾਂ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਐਂਟੀ ਨੇ, ਐਂਟੀ ਨੇ ਪਰ ਉਹ ਵੀ ਇਹ ਗੱਲ ਕਰਦੇ ਕਿ ਸਰਕਾਰ ਨੂੰ ਧਰਮ ਦੇ ਮਾਮਲੇ 'ਚ ਕੋਈ ਦਖਲ ਨਹੀਂ ਦੇਣਾ ਚਾਹੀਦਾ। ਕੱਲ ਹੀ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਨੇ HS ਫੁਲਕਾ ਉਹ ਵੀ ਗੱਲ ਕਹਿ ਰਹੇ ਨੇ ਕਿ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਆ। ਅਗਲਾ ਰਾਏ ਜਿਹੜਾ ਉਹ ਖੁੱਲ੍ਹ ਜਾਵੇਗਾ ਦੂਜੀਆਂ ਸਰਕਾਰਾਂ ਨੂੰ ਦਖਲ ਅੰਦਾਜ਼ੀ ਕਰਨ ਵਾਸਤੇ। ਫਿਰ ਆਪਾਂ ਜਿਹੜੀਆਂ ਇਹ ਗੱਲਾਂ ਕੇਂਦਰ ਸਰਕਾਰ ਪਰ ਹੁਣ ਤੱਕ ਆਲੋਚਨਾ ਕਰਦੇ ਰਹੇ ਕਿ ਜਿਹੜੀ ਮੋਦੀ ਸਰਕਾਰ ਆ ਉਹ ਕਹਿ ਰਹੀ ਆ ਕਿ ਤੁਸੀਂ ਇਹ ਖਾਣਾ ਇਹ ਪੀਣਾ, ਉਹ ਕੇਰਲਾ ਦੇ ਵਿੱਚ ਹੋਰ ਰੂਲ ਲਾਗੂ ਕਰ ਰਹੀਆਂ, ਉੱਥੇ ਦੀਆਂ ਸਟੇਟਾਂ ਵਾਸਤੇ ਵੀ ਉੱਥੋਂ ਆਪਾਂ ਉਹਨਾਂ ਦੀ ਵੀ ਤਾਂ ਆਲੋਚਨਾ ਕਰ ਰਹੇ ਤੇ ਇਹ ਆਮ ਆਦਮੀ ਪਾਰਟੀ ਵੀ ਉਹਨਾਂ ਦੀ ਆਲੋਚਨਾ ਕਰਦੀ ਕਿ ਹੁਣ ਸਾਨੂੰ ਮੋਦੀ ਸਰਕਾਰ ਦੱਸੇਗਾ ਕਿ ਤੁਸੀਂ ਚੁੱਲ੍ਹੇ ਦੇ ਵਿੱਚ ਕੀ ਬਣਾਉਣਾ, ਤੁਹਾਡੀ ਰਸੋਈ ਦੇ ਵਿੱਚ ਕੀ ਰਿੱਝਣਾ ਚਾਹੀਦਾ, ਆਪਾਂ ਉਹਨਾਂ ਦੀ ਆਲੋਚਨਾ ਕਰਦੇ। ਫਿਰ ਤੁਸੀਂ ਕੀ ਕਰ ਰਹੇ ਆ? ਧਰਮ ਜਿਹੜਾ ਮਰਜ਼ੀ ਆ, ਲੋਕਾਂ ਨੂੰ ਅਧਿਕਾਰ ਆ, ਖੁੱਲ੍ਹਾ ਸਾਡਾ ਸੰਵਿਧਾਨ ਆ ਜਿਹੜਾ ਆਗਿਆ ਦਿੰਦਾ ਕਿ ਤੁਸੀਂ ਕੋਈ ਵੀ ਵਿਅਕਤੀ ਕੋਈ ਵੀ ਧਰਮ ਨੂੰ ਮੰਨ ਸਕਦਾ। ਸਾਨੂੰ ਕਿਸੇ ਦੇ ਧਰਮ ਵਿੱਚ ਕੋਈ ਦਖਲ ਦੇਣ ਦੀ ਸਰਕਾਰ ਨੂੰ ਜਿਹੜੀ ਆਪਣੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇਸ ਕਰਕੇ ਜਿੰਨਾ ਬਚ ਕੇ ਚੱਲੂਗੇ ਉਨਾ ਵਧੀਆ। ਸਰਕਾਰ ਕੋਲ ਕੰਮ ਕਰਨ ਵਾਸਤੇ ਬਹੁਤ ਖੁੱਲ੍ਹਾ ਜਿਹੜਾ ਮੈਦਾਨ ਪਿਆ, ਸਰਕਾਰ ਨੂੰ ਉਸ ਪਾਸੇ ਵੱਲ ਸੋਚਣ ਦੀ ਜ਼ਰੂਰਤ ਹੁੰਦੀ ਆ। ਪਰ ਇਹ ਇੱਕ ਪੰਗਾ ਜਿਹੜਾ ਸਰਕਾਰ ਨੇ ਖੜਾ ਕੀਤਾ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਬੈਕ ਫੁੱਟ ਤੇ ਆਉਣਾ ਪਵੇਗਾ। ਜਿਸ ਤਰ੍ਹਾਂ ਹੁਣ ਅਕਾਲੀ ਦਲ ਨੇ ਉਹ ਜਿਸ ਤਰ੍ਹਾਂ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਸੁਖਵੀਰ ਦੀ ਖਾਸ ਕਰਕੇ ਦਾੜੀ ਨੂੰ ਲੈ ਕੇ ਜਿਹੜਾ ਉੱਥੇ ਆਲੋਚਨਾ ਕੀਤੀ ਹੈ, ਉਹਨੂੰ ਲੈ ਕੇ ਅਕਾਲੀ ਦਲ ਆ ਜਿਹੜਾ ਹਮਲਾਵਰ ਰੁਖ ਅਖਤਿਆਰ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਬੈਕ ਫੁੱਟ ਪਰ ਆਉਣਾ ਪਵੇਗਾ ਜੀ। ਪਰ ਜਿੱਥੋਂ ਤੱਕ ਅਸੀਂ ਗੱਲ ਕਰੀਏ ਧਰਮਾਂ ਦੀ ਗੱਲ ਕਰੀਏ, ਧਰਮਾਂ ਦੇ ਵਿੱਚ ਖਾਸ ਕਰਕੇ ਜੇ ਆਪਾਂ ਵੋਟ ਬੈਂਕ ਦੀ ਗੱਲ ਕਰੀਏ, ਪਿੱਛੇ ਇਹ ਗੱਲ ਹੁੰਦੀ ਰਹੀ ਹੈ ਕਿ ਵੋਟ ਬੈਂਕ ਜਿਹੜੀ ਹੈ ਉਹ ਜਾਤ ਪਾਤ ਧਰਮਾਂ ਤੇ ਜਿਹੜਾ ਉਹ ਖੜਾ ਰਹਿੰਦਾ ਹੈ ਔਰ ਨਾ ਕਰਦੇ ਸਾਰੀਆਂ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਜਾਂ ਸਿਆਸੀ ਧਿਰਾਂ ਨੇ ਉਹ ਵੋਟ ਬੈਂਕ ਨੂੰ ਲੈ ਕੇ ਕਿਤੇ ਨਾ ਕਿਤੇ ਸਿਆਸਤ ਕਰਦੀਆਂ ਨੇ, ਧਰਮ ਤੇ ਵੀ ਔਰ ਜਾਤ ਪਾਤ ਤੇ ਵੀ, ਕਾਸਟਿਜ਼ਮ ਤੇ ਵੀ। ਤੇ ਇਸ ਦੇ ਨਾਲ ਨਾਲ ਤੁਹਾਨੂੰ ਲੱਗ ਨਹੀਂ ਰਿਹਾ ਵੀ ਜਿਹੜਾ ਇਸ ਟਾਈਮ ਵਰਤਾਰਾ ਹੋ ਰਿਹਾ ਹੈ, ਚਾਹੇ ਉਹ ਪੋਲੀਟੀਕਲ ਧਿਰਾਂ ਆਪੋਜੀਸ਼ਨ ਵਾਲੀਆਂ ਨੇ, ਚਾਹੇ ਉਹ ਜਿਹੜੀ ਹੈ ਰੂਲਿੰਗ ਪਾਰਟੀ ਹੈਗੀ ਹੈ, ਉਹ ਕਿਤੇ ਨਾ ਕਿਤੇ ਇਸ ਚੀਜ਼ 'ਚ ਓਪਨਲੀ ਆ ਗਈਆਂ ਨੇ ਗਰਾਊਂਡ ਦੇ ਵਿੱਚ? ਨਹੀਂ, ਦੇਖੋ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਇੱਕੋ ਇੱਕ ਮਨਸਾ ਹੁੰਦੀ ਹੈ ਕੁਰਸੀ। ਉਹ ਆਪਣੀ ਕੁਰਸੀ ਵਾਸਤੇ ਧਰਮ ਦੇ ਨਾਮ ਤੇ, ਜਾਤਾਂ ਦੇ ਨਾਮ ਤੇ, ਗੋਤਾਂ ਦੇ ਨਾਮ ਤੇ ਲੋਕਾਂ ਨੂੰ ਵੰਡਦੇ ਨੇ। ਬਿਲਕੁਲ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇੱਥੇ ਵੀ ਜਿਹੜੀ ਸਰਕਾਰ ਨੂੰ ਇਹ ਲੱਗ ਰਿਹਾ ਸੀਗਾ ਕਿ ਹੋ ਸਕਦਾ ਕਿ ਇੱਕ ਚੈਨਲ ਦੇ ਨਾਮ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ ਲੋਕ ਆ ਜਿਹੜੇ ਵੰਡੇ ਜਾਣਗੇ। ਜਿਹੜੀਆਂ ਚਾਹੇ ਤੁਸੀਂ ਕੇਂਦਰ ਸਰਕਾਰ ਦੀ ਗੱਲ ਕਰ ਲਓ, ਉਹ ਵੀ ਉੱਥੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਆ ਰਹੇ ਨੇ। ਇਹ ਇੱਕ ਲੰਬੇ ਸਮੇਂ ਤੋਂ ਜਿਹੜਾ ਵਰਤਾਰਾ ਉਹ ਚੱਲਿਆ ਆ ਰਿਹਾ, ਅਜਿਹਾ ਮੈਨੂੰ ਲੱਗਦਾ ਬਿਲਕੁਲ ਨਹੀਂ ਹੋਣਾ ਚਾਹੀਦਾ। ਜੀ ਜੀ। ਔਰ ਉਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਫਿਰ ਦੁਬਾਰਾ ਆਪਾਂ ਪੱਤਰਕਾਰਤਾ ਤੇ ਆਉਂਦੇ ਹਾਂ। ਜੇ ਆਪਾਂ ਪੱਤਰਕਾਰੀ ਦੀ ਗੱਲ ਕਰ ਲਈਏ, ਨਾ ਕਰਦੇ ਕਿਤੇ ਨਾ ਕਿਤੇ ਪੱਤਰਕਾਰਾਂ ਦਾ ਜਾਂ ਪੱਤਰਕਾਰਤਾ ਦਾ ਇੱਕ ਕੰਮ ਹੈਗਾ ਕਿ ਉਹ ਹਰ ਕਿਤੇ ਜਾਣ, ਹਰ ਖਬਰ ਨੂੰ, ਹਰ ਸਪੌਟ ਨੂੰ, ਹਰ ਤਰੀਕੇ ਦੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਇੱਕ ਤਰ੍ਹਾਂ ਦਾ ਸੇਤੂ ਹੁੰਦੇ ਆ, ਬ੍ਰਿਜ ਹੁੰਦੇ ਆ ਪੱਤਰਕਾਰ ਜਿਹੜੇ ਹੈਗੇ ਆ ਜਾਣਕਾਰੀ ਦੇ ਵਿੱਚ ਔਰ ਆਡੀਅנס ਜਾਂ ਫਿਰ ਵਿਊਅਰਸ਼ਿਪ ਦੇ ਵਿੱਚ ਇੱਕ ਸੇਤੂ ਹੁੰਦੇ ਆ, ਇੱਕ ਬ੍ਰਿਜਿੰਗ ਕਰਦੇ ਹੈਗੇ ਨੇ। ਉਸ ਚੀਜ਼ ਨੂੰ ਜੇ ਦੇਖਿਆ ਜਾਏ ਤਾਂ ਪਿਛਲੇ ਦਿਨਾਂ ਦੇ ਵਿੱਚ ਇਸ ਚੀਜ਼ ਨੂੰ ਢਾਹ ਨਹੀਂ ਲੱਗੀ ਤੁਹਾਨੂੰ ਲੱਗਦਾ ਪੂਰੇ ਤਰੀਕੇ ਦੇ ਨਾਲ? ਕਿਉਂਕਿ ਸਿਰਫ ਅਧਿਕਾਰਾਂ ਦੀ ਗੱਲ, ਜਿਵੇਂ ਕਿ ਤੁਸੀਂ ਮੈਂ ਆਲਰੇਡੀ ਜ਼ਿਕਰ ਪਹਿਲੇ ਕਰ ਚੁੱਕੀ ਹਾਂ ਕਿ ਤੁਸੀਂ ਜਥੇਬੰਦੀ ਦੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਹੜੀ ਹੈਗੀ ਹੈ ਔਰ ਇੱਕ ਵੱਡੇ ਮਿਆਰ ਦੀ ਜਿਹੜੀ ਇੱਕ ਪੱਤਰਕਾਰਾਂ ਦੀ ਇੱਕ ਯੂਨੀਅਨ ਹੈਗੀ ਹੈ, ਉਹਦੇ ਤੁਸੀਂ ਕਾਰਜਕਾਰੀ ਪ੍ਰਧਾਨ ਵੀ ਹੈਗੇ ਹੋ। ਤੇ ਉਸ ਦੇ ਨਾਲ ਤੁਹਾਡਾ ਲੰਮਾ ਵੈਸੇ ਵੀ ਇਹਦੇ ਵਿੱਚ ਐਕਸਪੀਰੀਅੰਸ ਹੈਗਾ।
ਤੁਸੀਂ ਦੇਖਦੇ ਨੇ ਕਿ ਕਿਸ ਤਰੀਕੇ ਦੇ ਨਾਲ ਹਜੇ ਤਾਂ ਪੱਤਰਕਾਰ ਆਪਣੇ ਅਧਿਕਾਰਾਂ ਦੇ ਲਈ ਲੜ ਰਹੇ ਲਗਾਤਾਰ, ਪਰ ਉਸ ਦੇ ਬਾਵਜੂਦ ਜਿਹੜੀਆਂ ਆ ਚੀਜ਼ਾਂ ਆ ਰਹੀਆਂ ਨੇ, ਹਮਲੇ ਤਾਂ ਪਹਿਲੇ ਤੋਂ ਹੁੰਦੇ ਆ ਰਹੇ, ਅਸੀਂ ਲੋਕ ਪਹਿਲੇ ਹੀ ਇਹ ਗੱਲ ਕਰ ਰਹੇ ਹਾਂ, ਅਟੈਕਸ ਹੁੰਦੇ ਆ ਰਹੇ ਨੇ ਜਿਹੜੇ, ਜਾਂ ਫਿਰ ਜਿਹੜੀ ਕੰਪਨਸੇਸ਼ਨਸ ਜਿਹੜੀਆਂ ਨੇ ਉਹ ਪੱਤਰਕਾਰਾਂ ਨੂੰ ਨਹੀਂ ਮਿਲੀਆਂ, ਜਾਂ ਉਹਨਾਂ ਨੂੰ ਹੈਲਥ ਇੰਸ਼ੋਰੈਂਸਿਸ ਦੀ ਗੱਲ ਹੈਗੀ ਹੈ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਪਰ ਉਸ ਦੇ ਬਾਵਜੂਦ ਆ ਜਿਹੜੀ ਨਵਾਂ ਇੱਕ ਫੀਲਡ ਹੋਰ ਖੁੱਲ ਗਿਆ, ਹੋਰ ਦੁਵਿਧਾ, ਹੋਰ ਔਖਾ ਨਹੀਂ ਹੋਗੀ ਪੱਤਰਕਾਰਤਾ ਜਾਂ ਪੱਤਰਕਾਰਾਂ ਦੇ ਲਈ ਕੰਮ ਕਰਨਾ? ਨਹੀਂ, ਮੈਂ ਦੇਖੋ ਬਿੰਦੂ ਜੀ, ਪਹਿਲਾਂ ਗੱਲ ਕਹੀ ਹੈ ਕਿ ਪੱਤਰਕਾਰ ਹੋਣਾ ਬਹੁਤੀ ਸੌਖੀ ਨਹੀਂ ਰਹੀ। ਪੱਤਰਕਾਰ ਜਿਹੜਾ ਬੰਦਾ ਹੁੰਦਾ ਹੈ, ਉਹ ਇੱਕ ਤਰ੍ਹਾਂ ਦਾ ਜਿਹੜੀ ਦੋ ਧਾਰੀ ਤਲਵਾਰ ਆ, ਉਹਨੂੰ ਸਾਹਮਣਾ ਕਰਨਾ ਪੈਂਦਾ, ਜਿਹਦੇ ਹੱਕ ਦੇ ਵਿੱਚ ਲੱਗਦੀ ਆ ਉਹ ਵੀ ਉਹਦਾ ਇੱਕ ਤਰ੍ਹਾਂ ਦਾ ਵਿਰੋਧੀ ਹੁੰਦਾ, ਜਿਹੜਾ ਦੂਜਾ ਉਹਨੇ ਤਾਂ ਜਿਹਦੇ ਖਿਲਾਫ ਲੱਗਣੇ ਉਹਨੇ ਵਿਰੋਧੀ ਹੋਣਾ ਹੀ ਹੋਣਾ। ਬਹੁਤ ਔਖਾ ਜਿਹੜਾ ਕੰਮ ਹੋ ਰਿਹਾ, ਪਰ ਜਿਹੜਾ ਹੁਣ ਕੰਮ ਇਦਾਂ ਦਾ ਹੋ ਗਿਆ, ਖਾਸ ਕਰਕੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ ਜੇ ਆਪਾਂ ਗੱਲ ਕਰੀਏ, ਉਹ ਉਹਨਾਂ ਨੇ ਜੋ ਆਪਣਾ ਸਿਸਟਮ ਆ ਉਹਨਾਂ ਨੇ ਉਹ ਬਣਾਤਾ। ਉਹਨਾਂ ਨੂੰ ਇਹ ਲੱਗ ਰਿਹਾ ਕਿ ਸਰਕਾਰ ਦੇ ਖਿਲਾਫ ਆਵਾਜ਼ ਖੁੱਲ੍ਹਣੀ ਨਹੀਂ ਚਾਹੀਦੀ। ਜਿਹੜਾ ਵੀ ਕੋਈ ਅਖਬਾਰ ਸਰਕਾਰ ਦੇ ਖਿਲਾਫ ਛਪਦਾ ਹੈ ਜਾਂ ਉਹਨਾਂ ਦੇ ਕਿਸੇ ਉਹਦੀ ਐਡ ਬੰਦ ਕਰ ਦਿੱਤੀ ਜਾਂਦੀ ਆ, ਜਿਹੜਾ ਚੈਨਲ ਆ ਉਹਨੂੰ ਰੋਕ ਦਿੱਤਾ ਜਾਂਦਾ। ਫੇਸਬੁੱਕ ਆ, ਜਿਹੜੇ ਕਈਆਂ ਨੇ ਆਪਣੇ ਫੇਸਬੁੱਕ ਅਕਾਊਂਟ ਬਣਾਏ ਹੋਏ ਨੇ ਜਾਂ YouTube, ਉਹ ਸਰਕਾਰ ਆ ਉਹਨਾਂ ਨੂੰ ਬੰਦ ਕਰਵਾ ਦਿੱਤੀ ਜਾਂਦੀ। ਕਿਤੇ ਨਾ ਕਿਤੇ ਅਜਿਹਾ ਵਰਤਾਰਾ ਬਣ ਗਿਆ ਪਾਰਟੀਆਂ ਦਾ ਜਾਂ ਸਰਕਾਰਾਂ ਦਾ ਕਿ ਸਿਰਫ ਤੇ ਸਿਰਫ ਸਾਡੀ ਗੱਲ ਹੋਵੇ, ਲੋਕਾਂ ਨੂੰ ਭੁਲੇਖੇ ਦੇ ਵਿੱਚ ਰੱਖਿਆ ਜਾ ਰਿਹਾ, ਲੋਕਾਂ ਨੂੰ ਗਲਤ ਆ ਜਿਹੜਾ ਉਹ ਮੈਸੇਜ ਉਹ ਦਿੱਤਾ ਜਾ ਰਿਹਾ, ਗਲਤ ਪਾਠ ਆ ਜਿਹੜਾ ਪੜ੍ਹਾਇਆ ਜਾ ਰਿਹਾ। ਪਹਿਲਾਂ ਅਜਿਹਾ ਨਹੀਂ ਹੁੰਦਾ ਤਾਂ ਜਦੋਂ ਅਸੀਂ ਪਿਛਲੀਆਂ ਵੀ ਸਰਕਾਰਾਂ ਦੇਖੀਆਂ, ਜੇ ਉਹਨਾਂ ਦੇ ਖਿਲਾਫ ਵੀ ਵੱਡੀ ਤੋਂ ਵੱਡੀ ਕੋਈ ਖਬਰ ਲੱਗੀ ਆ ਤਾਂ ਉਹ ਦੂਜੇ ਦਿਨ ਇਹ ਗੱਲ ਕਹਿੰਦੇ ਰਹੇ ਨੇ ਕਿ ਸਾਡੀ ਖਬਰ ਆ ਜਿਹੜੀ ਗਲਤ ਲੱਗੀ ਆ, ਤੁਸੀਂ ਸਾਡਾ ਪੱਖ ਲਾ ਦਿਓ, ਜਾਂ ਉਹ ਆਪਣੀ ਸੰਬੰਧਿਤ ਪਾਰਟੀ ਆ ਕੇ ਉਹ ਆਪਣੀ ਪ੍ਰੈਸ ਕਾਨਫਰੰਸ ਆ ਕੇ ਆਪਣਾ ਪੱਖ ਰੱਖਦੀ ਰਹੀ ਆ। ਪਰ ਇਹ ਕਦੇ ਵੀ ਨਹੀਂ ਹੋਇਆ ਕਿ ਕਿਸੇ ਪੱਤਰਕਾਰ ਪਰ ਪਰਚਾ ਦਰਜ ਕਰਵਾਇਆ ਜਾਵੇ ਜਾਂ ਉਹਨਾਂ ਨੂੰ ਰੋਕਿਆ ਜਾਵੇ। ਪੱਤਰਕਾਰਾਂ ਪਰ ਪਰਚੇ ਦਰਜ ਹੋਏ ਆ, ਕਈਆਂ ਨੇ ਆਪਣੀ ਨਿੱਜੀ ਕੀੜਾਂ ਕੱਢੀਆਂ ਪਿਛਲੇ ਸਮੇਂ ਦੌਰਾਨ ਵੀ। ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਵੀ ਪਿਛਲੀਆਂ ਸਰਕਾਰਾਂ ਨਹੀਂ ਕੀਤੇ, ਪਰ ਇੰਨੇ ਵੱਡੇ ਪੱਧਰ ਪਰ ਜਾ ਕੇ ਨਹੀਂ ਹੋਇਆ ਕਿ ਤੁਸੀਂ ਬਿਲਕੁਲ ਅਖਬਾਰ ਬੰਦ ਕਰਵਾ ਦੇਣੇ ਜਾਂ ਚੈਨਲ ਬੰਦ ਕਰਵਾ ਦੇਣੇ, ਪੱਤਰਕਾਰਾਂ ਨੂੰ ਨੌਕਰੀਆਂ ਤੋਂ ਬਾਹਰ ਕੱਢਣਾ। ਪਿਛਲੇ ਦਿਨਾਂ ਦੌਰਾਨ ਕਿੰਨੇ ਪੱਤਰਕਾਰ ਆ ਜਿਹੜੇ ਉਹ ਨੌਕਰੀਆਂ ਤੋਂ ਕਢਵਾਏ ਗਏ ਨੇ। ਜੀ ਠੀਕ ਹੈ ਕਿ ਇੱਕ ਅਦਾਰੇ ਨੇ ਕੱਢਤੇ, ਉਹਨਾਂ ਨੂੰ 1 ਜਾਂ ਮਹੀਨਾ ਜਾਂ 2 ਮਹੀਨੇ ਆ ਜਿਹੜੇ ਵਿਹਲੇ ਰਹਿਣਾ ਪਏਗਾ, ਪਰ ਲਾਸਟ ਵਿੱਚ ਆ ਕੇ ਉਹ ਫੇਰ ਕਿਤੇ ਨਾ ਕਿਤੇ ਅਦਾਰੇ ਨਾਲ ਜੁੜ ਗਏ। ਇਹ ਜਿਹੜੀਆਂ ਸਰਕਾਰਾਂ ਵਾਸਤੇ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਕਿ ਤੁਸੀਂ ਕਿਸੇ ਦੇ ਕੰਮ ਦੇ ਵਿੱਚ ਦਖਲ ਦਿਓ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਲੋਕ 5 ਸਾਲ ਵਾਸਤੇ ਤੁਹਾਨੂੰ ਫਤਵਾ ਦਿੰਦੇ ਆ। ਤੁਹਾਨੂੰ ਅਜਿਹੇ ਮਾਰ ਕੇ ਮਾਰਨੇ ਚਾਹੀਦੇ ਆ, ਅਜਿਹੇ ਕੰਮ ਕਰਨੇ ਚਾਹੀਦੇ ਆ ਕਿ ਲੋਕ ਤੁਹਾਨੂੰ ਚਿਰਾਂ ਤੱਕ ਯਾਦ ਰੱਖਣ ਕਿ ਉਸ ਪਾਰਟੀ ਦੀ ਸਰਕਾਰ ਆਈ ਸੀ, ਉਹ ਕੰਮ ਆ ਜਿਹੜਾ ਉਹ ਫਲਾਣਾ ਬੰਦਾ ਕਰਕੇ ਗਿਆ। ਤਾਂ ਤੁਹਾਨੂੰ ਜਿਹੜੇ ਚੰਗੇ ਕੰਮ ਆ ਜਿਹੜੇ ਉਹ ਕਰਨੇ ਚਾਹੀਦੇ ਆ ਤਾਂ ਕਿ ਲੋਕ ਤੁਹਾਨੂੰ ਚਿਰਾਂ ਤੱਕ ਯਾਦ ਰੱਖਣ। ਜੈ ਸਿੰਘ ਜੀ, ਜਿੱਥੋਂ ਤੱਕ ਤੁਸੀਂ ਗੱਲ ਕੀਤੀ ਕਿ ਸਰਕਾਰਾਂ ਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ ਕਿ ਲੋਕ ਤੁਹਾਨੂੰ ਚਿਰਾਂ ਤੱਕ ਯਾਦ ਰੱਖਣ, ਪਰ ਉਸ ਦੇ ਬਾਵਜੂਦ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਅੱਜ ਨੇ, ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਉਹ ਬੀਜੇਪੀ ਤੇ ਅਕਾਲੀ ਦਲ ਹੈ, ਉਹਨਾਂ ਦੀ ਗਠਬੰਧਨ ਦੀ ਅਲਾਇੰਸ ਦੀ ਜਿਹੜੀ ਗੱਠਜੋੜ ਦੀ ਸਰਕਾਰ ਰਹੀ ਹੈ, ਭਾਈਵਾਲ ਰਹੇ ਨੇ ਇੱਕ ਦੂਸਰੇ ਦੇ, ਪਰ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਉਹਨਾਂ ਦੇ ਟਾਈਮਾਂ ਦੇ ਵਿੱਚ ਵੀ ਲੰਮਾ ਟਾਈਮ ਹੋ ਗਿਆ ਹੁਣ ਪੰਜਾਬ ਜਿਹੜਾ ਲਗਾਤਾਰ ਜਿਹੜਾ ਉਹ ਝੇਲ ਹੀ ਰਿਹਾ ਹਜੇ ਤੱਕ, ਕਿਉਂਕਿ ਪੰਜਾਬ ਨੇ ਨਾ ਕਰਦੇ ਪਹਿਲੇ ਵੀ ਔਕੜਾਂ ਦੇਖੀਆਂ। ਇੱਕ ਕਾਲਾ ਦੌਰ ਜਿਹਨੂੰ ਕਹਿੰਦੇ ਇੱਕ ਆਇਆ ਸੀਗਾ, ਚਾਹੇ ਉਹਨੂੰ ਹਰ ਕੋਈ ਇਨਸਾਨ ਆਪਣੇ ਆਪਣੇ ਤਰੀਕੇ ਦੇ ਨਾਲ ਜਾਂ ਅਲੱਗ-ਅਲੱਗ ਸੈਕਸ਼ਨਸ ਦੇ ਵਿੱਚ ਉਹ ਦੌਰ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਵਿਸਤਾਰ ਦੇ ਨਾਲ ਦੱਸਿਆ ਜਾਂਦਾ ਹੈ ਜਾਂ ਡਿਟੇਲ ਉਹਦੀ ਕੀਤੀ ਜਾਂਦੀ ਹੈ ਜਾਂ ਉਹਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ। ਪਰ ਬਾਵਜੂਦ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਪਹਿਲੀਆਂ ਸਰਕਾਰਾਂ ਵੀ ਇਹੀ ਕਰ ਰਹੀਆਂ ਸੀ, ਕਿਤੇ ਨਾ ਕਿਤੇ ਮੁੱਦੇ ਜਿਹੜੇ ਨੇ ਉਹ ਹਜੇ ਤੱਕ ਰਿਜ਼ੋਲਵ ਹੀ ਨਹੀਂ ਹੋਏ ਕਿਸੇ ਵੀ ਤਰੀਕੇ ਦੇ, ਤੇ ਨਵੀਂ ਸਰਕਾਰ ਜਿਹੜੀ ਆਈ ਹੈ ਉਹ ਸਾਰੇ ਮੁੱਦਿਆਂ ਨੂੰ ਕਿਤੇ ਨਾ ਕਿਤੇ ਪਿੱਛੇ ਛੱਡਦੀ ਨਜ਼ਰ ਆ ਰਹੀ ਹੈ। ਇਹ ਪਹਿਲੀ ਗੱਲ ਤਾਂ ਨਾ ਸਾਨੂੰ ਇਹ ਬਹੁਤ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਨੂੰ ਜਾਣ-ਬੁੱਝ ਕੇ ਜਿਹੜਾ ਕੇਂਦਰ ਆ ਉਹ ਖੜਾ ਨਹੀਂ ਹੋਣ ਦੇਣਾ ਚਾਹੁੰਦਾ, ਪੰਜਾਬ ਨੂੰ ਜਾਣ-ਬੁੱਝ ਕੇ ਡਿਸਟਰਬ ਰੱਖਣਾ ਚਾਹੁੰਦਾ। ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਆ। ਜਿੰਨੀਆਂ ਵੀ ਸਰਕਾਰਾਂ ਪਿਛਲੇ ਦਿਨਾਂ ਸਮਿਆਂ ਦੇ ਵਿੱਚ ਰਹੀਆਂ ਨੇ, ਚਾਹੇ ਕੇਂਦਰ ਦੇ ਵਿੱਚ ਰਹੀਆਂ ਚਾਹੇ ਪੰਜਾਬ, ਕੇਂਦਰ ਦੀ ਹਮੇਸ਼ਾ ਪੰਜਾਬ ਦੇ ਵਿੱਚ ਦਖਲਅੰਦਾਜ਼ੀ ਰਹੀ ਹੈ, ਚਾਹੇ ਘੱਟ ਰਹੀ ਹੈ ਚਾਹੇ ਵੱਧ ਰਹੀ ਹੈ। ਪਰ ਹੁਣ ਜਿਹੜੀ ਨੀਤੀਆਂ ਬਣ ਰਹੀਆਂ ਜਾਂ ਜਿੰਨੇ ਵੱਡੇ ਪੱਧਰ ਤੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਬਹੁਤ ਜਿਹੜਾ ਵੱਡੇ ਪੱਧਰ ਆ ਪੰਜਾਬ ਦੇ ਨੌਜਵਾਨਾਂ ਨੂੰ ਉਕਸਾਹਿਤ ਕੀਤਾ ਜਾ ਰਿਹਾ, ਭੜਕਾਉਣ ਦੇ ਯਤਨ ਕੀਤੇ ਜਾ ਰਿਹਾ। ਪਿਛਲੇ ਸਮੇਂ ਦੌਰਾਨ ਤੁਸੀਂ ਦੇਖਿਆ ਹੀ ਆ ਕਿਵੇਂ ਅੰਮ੍ਰਿਤਪਾਲ ਦੇ ਮਾਮਲੇ ਨੂੰ ਲੈ ਕੇ ਪੰਜਾਬ ਇੱਕ ਵਾਰੀ ਉੱਬਲ ਰਿਹਾ, ਪਰ ਵਾਹਿਗੁਰੂ ਦੀ ਕਿਰਪਾ ਰਹੀ ਆ ਜਾਂ ਨੌਜਵਾਨਾਂ ਨੇ ਫਿਰ ਵੀ ਜਿਹੜੇ ਪੰਜਾਬ ਦੇ ਉਹ ਲੋਕ ਤੇ ਜਿਨ੍ਹਾਂ ਨੇ ਬਹੁਤ ਜਿਹੜਾ ਉਹ ਮਾੜੇ ਦਿਨ ਦੇਖਿਆ, ਜਿਹੜਿਆਂ ਦੀ ਤੁਸੀਂ ਗੱਲ ਕੀਤੀ ਆ, ਜਿਹੜੇ ਪੰਜਾਬ ਦਾ ਉਹ ਕਾਲਾ ਦੌਰ ਉਹ ਵੀ ਰਿਹਾ ਜਦੋਂ ਘਰਾਂ ਤੋਂ ਨਿਕਲਣਾ ਔਖਾ ਸੀਗਾ, ਸ਼ਾਮ ਨੂੰ 5 ਵਜੇ ਦੇ ਹੀ ਲੋਕ ਘਰਾਂ ਦੇ ਵਿੱਚ ਵੜਦੇ ਸੀਗੇ। ਉਹ ਦੌਰ ਜਿਹੜੇ ਲੋਕਾਂ ਨੇ ਦੇਖਿਆ, ਉਹਨਾਂ ਨੇ ਬਹੁਤ ਸੰਭਲ ਕੇ ਇਹ ਜਿਹੜਾ ਮਾਹੌਲ ਹੁਣ ਸਿਰਜਣ ਲੱਗੇ ਸੀਗੇ, ਇਹ ਜੋ ਵਰਤਾਂਤ ਬਣਾਇਆ ਜਾ ਰਿਹਾ ਉਹਨੂੰ ਬਹੁਤ ਸ਼ਾਂਤ ਚਿੱਤ ਰਹਿ ਕੇ ਉਸ ਨੂੰ ਹੱਲ ਕੀਤਾ।
ਸਰਕਾਰ ਨੇ ਭਾਵੇਂ ਕਿ ਉਹ NIA ਲਾ ਕੇ ਕੁਝ ਬੰਦਿਆਂ ਨੂੰ ਉੱਥੇ ਕਰ ਲਿਆ, ਉਹਦੇ ਨੂੰ ਵੀ ਲੈ ਕੇ ਵੀ ਆਲੋਚਨਾ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਜਿਹੜੇ ਉਹ ਨੌਜਵਾਨ ਤੇ ਜਿਨ੍ਹਾਂ ਪਰ ਕੋਈ 751 ਦਾ ਪਰਚਾ ਵੀ ਦਰਜ ਨਹੀਂ ਕੀਤਾ, ਤੁਸੀਂ ਉਹਨਾਂ ਪਰ ਵੀ ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਐਕਟ ਦੇ ਤਹਿਤ ਉਹਨਾਂ ਨੂੰ ਅੰਦਰ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਤਾ, ਨਹੀਂ ਭੇਜਿਆ ਜਾਣਾ ਚਾਹੀਦਾ। ਕਿਤੇ ਨਾ ਕਿਤੇ ਜਿਹੜੀਆਂ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਉਹ ਬਾਰ-ਬਾਰ ਪੰਜਾਬ ਦੇ ਵਿੱਚ ਡਿਸਟਰਬ ਕਰਕੇ ਰੱਖਣਾ ਚਾਹੁੰਦੀਆਂ, ਪੰਜਾਬ ਨੂੰ ਸ਼ਾਂਤ ਨਹੀਂ ਰੱਖਣਾ ਚਾਹੁੰਦੀਆਂ। ਇਸ ਕਰਕੇ ਜਿਹੜਾ ਸਾਰਾ ਮਾਹੌਲ ਆ ਪੰਜਾਬ ਦੇ ਵਿੱਚ ਵਿਗੜ ਰਿਹਾ। ਜਿੰਨੀਆਂ ਵੀ ਇੱਥੇ ਦਫ਼ਤਰ ਆ ਜਾਂ ਤੁਸੀਂ ਹੋਰ ਆ, ਉਹ ਕਿਤੇ ਨਾ ਕਿਤੇ ਉਹਦੇ ਵਿੱਚ ਦਖਲਅੰਦਾਜ਼ੀ ਆ ਜਿਹੜੀ ਉਹ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ। ਇਹ ਗੱਲ ਆ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਲੈਣੀ ਚਾਹੀਦੀ ਹੈ। ਉਹਨੂੰ ਪੰਜਾਬ ਦਾ ਇੱਕ ਤਰ੍ਹਾਂ ਦੀ ਭਲੇ ਵਾਸਤੇ ਕੰਮ ਕਰਨਾ ਚਾਹੀਦਾ, ਨਾ ਕਿ ਉਹਨੂੰ ਕੇਂਦਰ ਦਾ ਹਥੌੜਾ ਬਣਨਾ ਚਾਹੀਦਾ ਜੀ। ਕਿ ਇੱਥੇ ਕਿਤੇ ਨਾ ਕਿਤੇ ਜਿਹੜੀਆਂ ਪੋਲੀਟੀਕਲ ਮਨਸ਼ਾਵਾਂ ਨੇ ਜਾਂ ਮਹੱਤਵਕਾਂਸ਼ਾਵਾਂ ਨੇ, ਐਂਬੀਸ਼ਨ ਨੇ, ਉਹ ਵੀ ਦਿਖਾਈ ਦੇ ਰਹੇ ਨੇ। ਔਰ ਦੂਸਰੇ ਪਾਸੇ ਮੈਂ ਵੀ ਜ਼ਰੂਰ ਜਾਣਨਾ ਚਾਹਾਂਗੀ, ਆਪਾਂ ਇਸ 'ਤੇ ਵੀ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ। ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ, ਨੌਜਵਾਨ ਆਪਾਂ ਲਗਾਤਾਰ ਕਈ ਸਾਲ ਹੋ ਗਏ ਇਹਦੇ 'ਤੇ ਕਈ ਆਰਟੀਕਲ ਲਿਖਤੇ, ਕਈ ਖਬਰਾਂ ਕਰਤੀਆਂ, ਤੁਸੀਂ ਵੀ ਬਹੁਤ ਸਾਰੀਆਂ ਕੀਤੀਆਂ, ਅਸੀਂ ਵੀ ਬਹੁਤ ਸਾਰੀਆਂ ਕੀਤੀਆਂ, ਲਗਾਤਾਰ ਅੱਜ ਵੀ ਉਸ ਦੀ ਗੱਲ ਕਰਦੇ ਹਾਂ ਕਿ ਨੌਜਵਾਨ ਜਿਹੜੇ ਨੇ ਉਹ ਭਰ ਕੇ ਜਹਾਜ਼ ਭਰ ਕੇ ਬਾਹਰ ਜਾ ਰਹੇ ਨੇ, ਲਗਾਤਾਰ ਬਾਹਰ ਜਾ ਰਹੇ ਨੇ। ਤੇ ਜਿੱਥੋਂ ਤੱਕ ਅਸੀਂ ਗੱਲ ਕਰੀਏ ਕਿਸ ਤਰੀਕੇ ਦੇ ਨਾਲ ਵਰਤਾਰਾ, ਹੁਣ ਜਦ ਕਿ ਜਿੱਥੋਂ ਤੱਕ ਜੇ ਮੌਜੂਦਾ ਜਿਹੜੇ ਸਾਡੇ CM ਨੇ ਭਗਵੰਤ ਮਾਨ, ਉਹਨਾਂ ਦੀ ਗੱਲ ਕਰੀਏ, ਉਹ ਤਾਂ ਕਹਿੰਦੇ ਜੀ ਇੰਡਸਟਰੀ ਇੱਥੇ ਲੈ ਕੇ ਆਵਾਂਗੇ ਤੇ ਜਿਹੜੇ ਉੱਥੋਂ ਲੋਕ ਗਏ ਨੇ ਉਹ ਮੁੜਨਗੇ। ਦੇਖੋ ਬਿੱਦੂ ਜੀ, ਉੱਥੇ ਦੇ ਲੋਕ ਕਿਉਂ ਮੁੜਨਗੇ? ਜੇ ਇੱਥੇ ਦੇ ਉੱਦਾਂ ਦਾ ਮਾਹੌਲ ਹੋਵੇਗਾ, ਮਤਲਬ ਸਿਸਟਮ ਹੋਵੇਗਾ, ਲੋਕ ਤਾਂ ਮੁੜਦੇ ਹੁੰਦੇ ਨੇ। ਇੱਥੋਂ ਹਰੇਕ ਸਾਲ 1.25 ਲੱਖ 1.5 ਲੱਖ ਦੇ ਕਰੀਬ ਇੱਕ ਐਵਰੇਜ ਆ ਜਿਹੜੀ ਉਹ ਚੱਲ ਰਹੀ ਆ ਕਿ +2 ਤੋਂ ਬਾਅਦ ਵਿਦਿਆਰਥੀ ਜਿਹੜਾ +2 ਕਰਦਾ ਬਾਅਦ ਚੋਂ ਆ, ਪਹਿਲਾਂ ਉਹ ਆਈਲੈਟਸ ਕਰਕੇ ਬਾਹਰ ਨੂੰ ਜਾ ਰਿਹਾ। ਹੋ ਕੀ ਰਿਹਾ, ਜਦੋਂ ਪਹਿਲਾਂ ਲੋਕ ਬਾਹਰ ਜਾਂਦੇ ਸੀਗੇ, ਇੱਕ ਪਰਿਵਾਰ ਦਾ ਇੱਕ ਵਿਅਕਤੀ ਕੋਈ ਬਾਹਰ ਜਾਂਦਾ ਸੀਗਾ, ਉੱਥੇ ਤੋਂ ਉਹ ਧਨ ਕਮਾ ਕੇ ਪੰਜਾਬ ਦੇ ਵਿੱਚ ਭੇਜਦਾ ਸੀਗਾ। ਉਹ ਪੈਸਾ ਜਿਹੜਾ ਪੰਜਾਬ ਦੇ ਵਿੱਚ ਕਨਵਰਟ ਹੁੰਦਾ ਤਾਂ ਪੰਜਾਬ ਦੇ ਵਿਕਾਸ ਦਾ ਕਿਤੇ ਨਾ ਕਿਤੇ ਉਹਦੇ ਡਿਵੈਲਪਮੈਂਟ ਵਿੱਚ ਉਸ ਪਰਿਵਾਰ ਦੀ ਹਿੱਸਾ ਹੁੰਦਾ ਸੀਗਾ। ਪਰ ਅੱਜ ਕੀ ਹੋ ਰਿਹਾ, ਅੱਜ ਇੱਥੋਂ ਜਿਹੜਾ ਪੈਸਾ ਵੀ ਜਾ ਰਿਹਾ, ਸਾਡਾ ਬ੍ਰੇਨ ਵੀ ਜਾ ਰਿਹਾ, ਡਰੇਨ ਵੀ, ਸਭ ਕੁਝ ਬਾਹਰ ਜਾ ਰਿਹਾ। ਜਿਹੜਾ ਪੰਜਾਬ ਆ ਉਹ ਕੰਗਾਲੀ ਵਾਲੇ ਪਾਸੇ ਨੂੰ ਜਾ ਰਿਹਾ। ਬੌਧਿਕਤਾ ਦੇ ਤੌਰ 'ਤੇ ਜੇ ਆਪਾਂ ਗੱਲ ਕਰੀਏ, ਉਹ ਗੱਲ ਨਹੀਂ ਰਹੀ ਜਿਹੜੀ ਅੱਜ ਤੋਂ ਬਹੁਤ ਦੇਰ ਪਹਿਲਾਂ ਹੁੰਦੀ ਸੀ। ਬੌਧਿਕ ਤੌਰ 'ਤੇ ਵੀ ਜਿਹੜਾ ਪੰਜਾਬ ਆ ਉਹ ਕੰਗਾਲੀ ਵਾਲੇ ਪਾਸੇ ਨੂੰ ਵੱਧ ਰਿਹਾ। ਅਸੀਂ ਗੱਲਾਂ ਮਾਰੀ ਜਾਈਏ ਕਿ ਅਸੀਂ ਬਾਹਰੋਂ ਇੱਥੇ ਆਉਣਗੇ, ਹੁਣ ਤੁਸੀਂ 1.25 ਸਾਲ ਸਰਕਾਰ ਨੂੰ ਹੋ ਗਿਆ, 1.5 ਸਾਲ ਦੇ ਵਿੱਚ ਕਿੰਨੇ ਕੁ ਲੋਕ ਇੱਥੇ ਆਏ ਨੇ ਜਾਂ ਕਿੰਨੀ ਕੁ ਇੰਡਸਟਰੀ ਆਈ ਨੇ? ਜਿਹੜੀਆਂ ਇੰਡਸਟਰੀਆਂ ਦੇ ਉਦਘਾਟਨ ਵੀ ਕਰਦੇ ਨੇ ਉਹ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਨੀਂਹ ਪੱਥਰ ਰੱਖੇ ਨੇ ਜਾਂ ਬਣਾਏ ਨੇ ਉਹ ਹੋਏ। ਤੇ ਠੀਕ ਆ ਕਿ ਜਿਹੜੀਆਂ ਇਹ ਸਰਕਾਰ ਕੋਈ ਫੈਸਲੇ ਲੈਣਗੀ, ਕੱਲ੍ਹ ਨੂੰ ਕੋਈ ਹੋਰ ਸਰਕਾਰ ਆਉਂਦੀ ਆ ਉਹ ਉਹਨਾਂ ਨੂੰ ਇੰਪਲੀਮੈਂਟ ਕਰੇਗੀ, ਉਹ ਅੱਗੇ ਲੈ ਕੇ ਜਾਵੇਗੀ। ਪਰ ਜੇ ਆਪਾਂ ਹਲੇ ਦਾਅਵੇ ਕਰੀਏ ਵੀ ਅਸੀਂ ਬਹੁਤ ਇੰਡਸਟਰੀ ਲਿਆਂਦੀ ਜਾਂ ਵਿਦਿਆਰਥੀ ਇੱਥੇ ਆਉਣਗੇ, ਮੈਨੂੰ ਲੱਗਦਾ ਉਲਟਾ ਇੱਥੋਂ ਪੰਜਾਬ ਤੋਂ ਜਿਹੜੇ ਨੌਜਵਾਨ ਆ ਉਹਨਾਂ ਦੀ ਗਿਣਤੀ ਲਗਾਤਾਰ ਵਿਦੇਸ਼ਾਂ ਨੂੰ ਜਾਣ ਵਾਲੇ ਪਾਸੇ ਨੂੰ ਵੱਧ ਰਹੀ ਹੈ। ਕਿਉਂਕਿ ਇੱਥੇ ਦੇਖੋ ਰੋਜ਼ ਕੋਈ ਇੱਕ ਦਿਨ ਇਹੋ ਜਿਹਾ ਨਹੀਂ ਰਿਹਾ ਹੈਗਾ। ਤੁਸੀਂ ਅਖਬਾਰ ਚੱਕ ਕੇ ਦੇਖੋ, ਚੈਨਲ ਦੇਖੋ, ਰੋਜ਼ ਕੋਈ ਨਾ ਕੋਈ ਲੁੱਟ ਖੋਹ ਹੁੰਦੀ ਹੈ, ਕੋਈ ਨਾ ਕੋਈ ਕਤਲ ਹੁੰਦਾ ਹੈ, ਕਿਤੇ ਨਾ ਕਿਤੇ ਵਾਰਦਾਤਾਂ ਹੁੰਦੀਆਂ ਰਹੀਆਂ। ਪੰਜਾਬ ਦਾ ਜਿਹੜਾ ਉਹ ਸ਼ਾਂਤੀ ਵਾਲਾ ਮਾਹੌਲ ਆ ਉਹ ਨਹੀਂ। ਜਿਹੜੀ ਇੰਡਸਟਰੀ ਆ ਉਹ ਹਮੇਸ਼ਾ ਉਹ ਚਾਹੁੰਦੀ ਹੈ ਕਿ ਪੰਜਾਬ ਜਿੱਥੇ ਸ਼ਾਂਤੀ ਰਹੇਗੀ ਇੰਡਸਟਰੀ ਨੇ ਉੱਥੇ ਆਉਣਾ। ਪਰ ਪੰਜਾਬ ਦੇ ਵਿੱਚ ਜਿਹੜੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ, ਕਿਤੇ ਨਾ ਕਿਤੇ ਸਿਸਟਮ, ਹਰ ਬੰਦਾ ਇਹੀ ਗੱਲ ਕਹਿ ਰਿਹਾ ਕਿ ਯਾਰ ਇੱਥੇ ਕੋਈ ਸਿਸਟਮ ਨਹੀਂ ਹੈਗਾ, ਕੋਈ ਨਹੀਂ, ਅਸੀਂ ਬਾਹਰ ਨੂੰ ਭੱਜੀਏ। ਕਿਉਂਕਿ ਬਾਹਰ ਉਹਨੂੰ ਇਹ ਲੱਗ ਰਿਹਾ ਕਿ ਬੰਦਾ ਇੱਕ ਸੁਰੱਖਿਅਤ ਆ, ਉਹਦੀ ਜਿਹੜੀ ਵੈਲਿਊ ਆ ਉੱਥੇ ਸਿਸਟਮ ਆਪਣਾ ਕੰਮ ਕਰਦਾ। ਜਦੋਂ ਤੱਕ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਸਿਸਟਮ ਕੰਮ ਨਹੀਂ ਕਰੂਗਾ, ਕਾਨੂੰਨ ਕੰਮ ਨਹੀਂ ਕਰੂਗਾ, ਉਦੋਂ ਤੱਕ ਲੋਕਾਂ ਦਾ ਜਿਹੜਾ ਭਰੋਸਾ ਉਹ ਬਣਨਾ ਨਹੀਂ। ਜੀ, ਜਦੋਂ ਤੱਕ ਗੱਲ ਕਰੀਏ ਜੈਸੇ ਸਿੰਘ ਚਿੱਬੜ ਜੀ, ਤੁਸੀਂ ਗੱਲਬਾਤ ਕੀਤੀ ਹੈ ਕਿ ਸਿਸਟਮ ਨਹੀਂ ਬਣਿਆ ਜਾਂ ਭਰੋਸਾ ਜਿਹੜਾ ਹੈਗਾ ਉਹ ਬਣਨਾ ਬਹੁਤ ਜ਼ਰੂਰੀ ਹੈ। ਪਰ ਉਸ ਦੇ ਨਾਲ ਇੱਕ ਗੱਲ ਹੋਰ ਵੀ ਤਾਂ ਹੈਗੀ ਹੈ, ਤੁਸੀਂ ਕਿਹਾ ਕਿ ਬਾਹਰ ਲੋਕ ਕਿਉਂ ਜਾ ਰਹੇ ਨੇ ਤੇ ਇੱਥੇ ਕਿਉਂ ਰਹਿਣ, ਉਹਦੇ ਬਾਰੇ ਵੀ ਤੁਸੀਂ ਬੜੀ ਤਫਸੀਲ ਦੇ ਨਾਲ ਗੱਲਬਾਤ ਕੀਤੀ। ਪਰ ਉਸ ਦੇ ਨਾਲ ਹੀ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਤਾਂ ਕਿਤੇ ਨਾ ਕਿਤੇ ਆਉਂਦੀ ਹੈ ਕਿ ਜਿਹੜੇ ਬਾਹਰ ਜਾ ਰਹੇ ਨੇ ਲਗਾਤਾਰ, ਆਪਾਂ ਵੈਸਟਰਨ ਕਲਚਰ ਦੀ ਪਹਿਲੇ ਗੱਲ ਕਰਦੇ ਸੀ, ਸੁਣਦੇ ਹੁੰਦੇ ਸੀ, ਜਾ ਕੇ ਤਾਂ ਚਲੋ ਕਿਸੇ ਨੇ ਦੇਖਿਆ, ਬਾਅਦ 'ਚ ਨਹੀਂ ਦੇਖਿਆ, ਪਰ ਬਹੁਤ ਪਹਿਲੇ ਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਕਹਿੰਦੇ ਵੀ ਉੱਥੇ ਸਿਰਫ ਬਜ਼ੁਰਗ ਰਹਿ ਗਏ ਸੀਗੇ। ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਹੈਗੀ ਹੈ, ਪਨੀਰੀ ਹੈਗੀ ਹੈ, ਉੱਥੇ ਬਿਲਕੁਲ ਜਿਹੜੀ ਹੈ ਉਹ ਗੈਪ ਆ ਗਿਆ ਸੀ ਜਨਰੇਸ਼ਨ ਦਾ। ਉੱਥੇ ਤਾਂ ਕਾਰਨ ਵਜ੍ਹਾ ਕੁਝ ਹੋਰ ਸੀਗੇ, ਉਹਨਾਂ ਨੇ ਅਗਲੀ ਜਨਰੇਸ਼ਨ ਪੈਦਾ ਨਹੀਂ ਕੀਤੀ ਜਾਂ ਹੋਰ ਕਈ ਕਾਰਨ ਵਜ੍ਹਾ ਹੋਏ। ਪਰ ਇੱਥੇ ਜਿਸ ਤਰੀਕੇ ਨਾਲ ਪਨੀਰੀ ਬਾਹਰ ਜਾ ਰਹੀ ਹੈ, ਔਰ ਇੱਥੇ ਤੁਹਾਨੂੰ ਲੱਗਦਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸਿਰਫ ਜਿਹੜੇ ਇੱਕ ਪਰਟੀਕੂਲਰ ਏਜ ਤੋਂ ਪਿੱਛੇ ਜਿਹੜੇ ਨੇ ਉਹੀ ਇੱਥੇ ਰਹਿ ਜਾਣਗੇ? ਨਹੀਂ, ਰਹਿ ਚੁੱਕੇ ਨੇ ਬਿੰਦੂ ਜੀ, ਰਹਿ ਨਹੀਂ ਗਏ, ਮਤਲਬ ਰਹਿ ਚੁੱਕੇ ਨੇ। ਹੁਣ ਆਪਾਂ ਪਿਛਲੇ ਦਿਨਾਂ ਦੌਰਾਨ ਜਦੋਂ ਜਲੰਧਰ ਦੀ ਜੀਵਨੀ ਚੋਣ ਸੀਗੀ, ਆਪਾਂ ਨੇ ਦੇਖਿਆ ਦੁਆਬੇ ਦੇ ਵਿੱਚ ਹਰ ਮਤਲਬ ਘਰਾਂ ਦੇ ਵਿੱਚ ਜਿੰਦੇ ਲੱਗੇ ਹੋਏ ਨੇ। ਹੁਣ ਹੋ ਕੀ ਰਿਹਾ, ਪਰਿਵਾਰ ਦੇ ਵਿੱਚ 2 ਬੱਚੇ ਨੇ, ਕਈਆਂ ਦੇ 1 ਕਈਆਂ ਦੇ 2 ਨੇ, ਉਹ ਦੋਨੇ ਬੱਚੇ ਆ ਜਿਹੜੇ ਵਿਦੇਸ਼ਾਂ ਵਾਲੇ ਪਾਸੇ ਨੂੰ ਭੱਜ ਰਹੇ ਨੇ, ਇੱਥੇ ਜਿੰਦੇ ਲੱਗੇ ਹੋਏ ਨੇ, ਜਾਂ ਉਹਨਾਂ ਘਰਾਂ ਦੇ ਵਿੱਚ ਨੌਕਰ ਰਹਿ ਰਹੇ ਨੇ,
ਜਾਂ ਫਿਰ ਜਿੰਦੇ ਲੱਗੇ ਹੋਏ ਨੇ। ਇਹ ਵਰਤਾਰਾ ਮੈਂ ਕਹਿ ਰਿਹਾ ਇਹ ਬਹੁਤ ਗਲਤ ਆ। ਹਾਲਾਂਕਿ ਜਿਹੜਾ ਪ੍ਰਵਾਸ ਆ ਉਹ ਸਦੀਆਂ ਤੋਂ ਹੁੰਦਾ ਰਿਹਾ, ਚੱਲਦਾ ਆ ਰਿਹਾ, ਸਦਾ ਤੋਂ ਹੁੰਦਾ ਰਿਹਾ, ਸਦੀਆਂ ਤੋਂ ਪਰ ਚੱਲਦਾ ਜਿੰਨਾ ਆ ਰਿਹਾ। ਵੱਡੇ ਪੱਧਰ ਤੇ ਜਿਹੜਾ ਪ੍ਰਵਾਸ ਹੁਣ ਹੋ ਰਿਹਾ ਹੈ, ਇੱਥੇ ਨੌਜਵਾਨ ਪੀੜ੍ਹੀ ਠੀਕ ਨਹੀਂ ਰਹੀ ਹੈਗੀ। ਉਹ ਬਹੁਤ ਖਤਰਨਾਕ ਰੁਝਾਨ ਆ। ਇਸ ਪਾਸੇ ਵੱਲ ਨੂੰ ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਦੇਸ਼ ਦੇ ਜਿਹੜੇ ਰਾਜਨੀਤਿਕ ਲੋਕ ਆ, ਉਹਨਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਉਹ ਪੰਜਾਬ ਵਾਸਤੇ ਕੀ ਕਰਨ ਜਾਂ ਦੇਸ਼ ਵਾਸਤੇ ਕੀ ਕਰਨ। ਸਾਨੂੰ ਇੱਥੇ ਮੁਫਤ ਆਟਾ ਦਾਲ ਤੋਂ, ਮੁਫਤ ਬਿਜਲੀ ਤੋਂ, ਮੁਫਤ ਸਫ਼ਰ ਤੋਂ, ਇਹੋ ਜਿਹੇ ਚੀਜ਼ਾਂ ਦੇ ਵਿੱਚ ਉਲਝਾ ਕੇ ਰੱਖਿਆ। ਪਰ ਉਹ ਸਰਕਾਰ ਨੇ ਪੈਸਾ ਕਿੱਥੋਂ ਇਕੱਠਾ ਕਰਨਾ? ਫਿਰ ਉਹ ਨਵੇਂ ਟੈਕਸ ਲਾਉਂਦੀਆਂ। ਫਿਰ ਤੁਸੀਂ ਉਹ ਲੋਕ ਕਹਿੰਦੇ ਕਿ ਸਰਕਾਰ ਟੈਕਸਾਂ ਲਾ ਰਹੀ ਹੈ, ਫਿਰ ਟੈਕਸ ਦੇਣ ਤੋਂ ਵੀ ਭੱਜ ਰਹੇ ਨੇ। ਟੈਕਸ ਦੀ ਵੀ ਗੱਲ ਕਰੀਏ ਤਾਂ ਪੈਨਸ਼ਨ ਤੇ ਟੈਕਸ ਲਾਤਾ ਹੋਇਆ। ਪੈਨਸ਼ਨ, ਮੈਂ ਉਹੀ ਗੱਲ ਕਹਿੰਦਾ ਵੀ ਕਿ ਉਹ ਲਾਤ ਹੁਣ ਆਉਣ ਵਾਲੇ ਦਿਨਾਂ ਵਿੱਚ ਹੋਰ ਲੱਗ ਰਿਹਾ ਟੈਕਸ। ਜਿਹੜੇ ਲੋਕ ਬੈਂਕਾਂ ਤੋਂ ਕਰਜ਼ੇ ਲੈਣਗੇ ਨਾ, ਉਹ ਕਰਜ਼ੇ ਲੈਣ ਵਾਸਤੇ ਵੀ ਉਹਨਾਂ ਪਰ ਇੱਕ ਹੋਰ ਫੀਸ ਆ ਜਿਹੜੀ ਉਹ ਲੱਗਣੀ ਆ। ਦੇਖੋ ਸਰਕਾਰ ਦੇ ਕੋਲ 100 ਰੁਪਿਆ ਹੁੰਦਾ, ਸਰਕਾਰ ਨੇ ਉਹੀ 100 ਰੁਪਿਆ ਜਿਹੜਾ ਇੱਕ ਦੂਜੇ ਪਾਸੇ ਆ ਜਿਹੜਾ ਉਹ ਕਮਾਈ ਜਾਣਾ ਹੁੰਦਾ। ਜਿਹੜੇ ਪੈਸੇ ਤੁਹਾਨੂੰ ਸਹੂਲਤਾਂ ਦੇਣੀਆਂ, ਉਹੀ ਸਹੂਲਤਾਂ ਦੇ ਜਿਹੜੇ ਪੈਸੇ ਉਹਨਾਂ ਨੇ ਹੋਰ ਪਾਸੇ ਜਿਹੜੇ ਇਕੱਤਰ ਆ ਉਹ ਕਲੈਕਟ ਆ ਜਿਹੜੇ ਉਹ ਕਰਨੇ ਹੁੰਦੇ ਆ। ਇਸ ਕਰਕੇ ਜਿਹੜੇ ਚੰਗੇ ਲੋਕ ਨੇ, ਜਿਹੜੇ ਖਾਂਦੇ ਪੀਂਦੇ ਲੋਕ ਨੇ ਜਾਂ ਜਿਨ੍ਹਾਂ ਦੇ ਘਰ ਚੱਲਦੇ ਨੇ, ਉਹਨਾਂ ਨੂੰ ਜਿਹੜੀਆਂ ਮੁਫਤ ਦੀਆਂ ਸਹੂਲਤਾਂ ਨੂੰ ਛੱਡ ਕੇ ਸਰਕਾਰਾਂ ਪਰ ਜਿਹੜਾ ਦਬਾਅ ਬਣਾਉਣ ਦੀ ਜ਼ਰੂਰਤ ਆ ਉਹ ਹੋਣੀ ਚਾਹੀਦੀ ਹੈ ਹੈਲਥ ਦੀ, ਉਹ ਹੋਣੀ ਚਾਹੀਦੀ ਹੈ ਐਜੂਕੇਸ਼ਨ ਦੀ, ਕਿ ਹੈਲਥ ਤੇ ਐਜੂਕੇਸ਼ਨ ਵੱਲ ਸੁਧਾਰ ਲਓ। ਜਿਹੜੇ ਲੋਕਾਂ ਦੀ ਜ਼ਿੰਦਗੀ ਆ ਉਹ ਸੁਰੱਖਿਅਤ ਹੋਵੇ, ਲੋਕਾਂ ਨੂੰ ਜਿਹੜੇ ਰੁਜ਼ਗਾਰ ਆ ਉਹ ਮਿਲਣਾ ਚਾਹੀਦਾ। ਮੁਫਤ ਦੀਆਂ ਚੀਜ਼ਾਂ ਦਾ ਜਿਹੜਾ ਟਾਲਾ ਵੱਟਣ ਜਾ, ਹੁਣ ਤੁਸੀਂ ਬੱਸਾਂ ਦੀ ਗੱਲ ਕਰ ਲਓ, ਬੱਸਾਂ ਦੀਆਂ ਨਿੱਤ ਵੀਡੀਓ ਜਿਹੜੀਆਂ ਸਾਹਮਣੇ ਆ ਰਹੀਆਂ, ਕਿਵੇਂ ਔਰਤਾਂ ਨੂੰ ਜਿਹੜਾ ਮੁਫਤ ਸਫ਼ਰ ਦੀ ਉਹ ਸੁਵਿਧਾ ਦਿੱਤੀ ਹੋਈ ਆ। ਉਹ ਠੀਕ ਆ, ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਕਿਸੇ ਨੇ ਡਿਮਾਂਡ ਨਹੀਂ ਕੀਤੀ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਿਰਫ ਵੋਟਾਂ ਦੇ ਚੱਕਰ ਤੇ, ਉਦੋਂ 1 ਕਰੋੜ 2 ਲੱਖ ਜਿਹੜੀਆਂ ਔਰਤਾਂ ਦੀ ਗਿਣਤੀ ਸੀਗੀ, ਜਿਹੜੀਆਂ ਵੋਟਰ ਸੀਗੀਆਂ ਉਦੋਂ ਦੇ ਚੋਣ ਕਮਿਸ਼ਨ ਦੇ ਰਿਕਾਰਡ ਦੇ ਮੁਤਾਬਕ, ਜਦ ਕਿ ਉਹ ਵੋਟਰਾਂ ਦੀ ਗੱਲ ਮੈਂ ਕਰ ਰਿਹਾ, ਉਹਨਾਂ ਨੂੰ ਸੋਚਿਆ ਕਿ ਹੋ ਸਕਦਾ ਕਿ ਇਹ ਇੰਨੀ ਰਾਇਤ ਦੇਣ ਨਾਲ ਸਾਨੂੰ ਜਿਹੜਾ ਫਾਇਦਾ ਮਿਲ ਜਾਵੇ ਵੋਟਾਂ ਦੇ ਵਿੱਚ, ਪਰ ਨਹੀਂ ਮਿਲਿਆ। ਕਿਤੇ ਨਾ ਕਿਤੇ ਉਹਨੇ ਕਿਆ ਕੀਤਾ, ਰੋਡਵੇਜ ਦਾ, PRTC ਦਾ ਭੱਠਾ ਵਟਾ ਕੇ ਰੱਖਤਾ। ਹੁਣ ਜਿਹੜੇ ਖਾਂਦੇ ਪੈਂਦੇ ਨੇ ਚੰਗੀਆਂ ਪੋਸਟਾਂ ਪਰ, ਮਾਫ ਕਰਨਾ, ਜਿਹੜੀਆਂ ਚੰਗੀਆਂ ਪੋਸਟਾਂ ਪਰ ਲੱਗੇ ਹੋਏ ਨੇ, ਡਿਊਟੀ ਜਾਂਦੇ ਨਹੀਂ ਆ ਔਰਤਾਂ, ਉਹ ਵੀ ਸਵੇਰੇ ਉਹ ਬੱਸ ਕਨੈਕਟਰ ਨੂੰ ਕੱਢ ਕੇ ਆਧਾਰ ਕਾਰਡ ਫੜਾਦੇ ਆ, ਜਿਹੜੀਆਂ ਚੰਗੀਆਂ ਕਮਾਈ ਕਰਦੇ ਆ ਸਰਕਾਰੀ ਵੱਡੀਆਂ ਪੋਸਟਾਂ ਵੱਲ। ਇਹਦੇ ਵਿੱਚ ਨੂੰ ਵੀ ਜਿਹੜਾ ਰਿਵਿਊ ਕਰਨ ਦੀ ਜ਼ਰੂਰਤ ਹੈ। ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਕਰ ਦਿਓ। ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਕੋਈ ਅਫਸਰ ਸੀਗੀ, ਉਹਦੇ ਵਿੱਚ ਸਫ਼ਰ ਕਰ ਰਹੀ ਸੀ, ਉਹਨੇ ਆਪਣਾ ਆਧਾਰ ਕਾਰਡ ਦਾ, ਕਿਸੇ ਹੋਰ ਸੂਬੇ ਦੀ ਇੱਕ ਔਰਤ ਸੀਗੀ, ਉਹਨੇ ਪੈਸੇ ਦਿੱਤੇ ਆ। ਇਹ ਮਤਲਬ ਲੋਕਾਂ ਨੂੰ ਵੀ ਦੇਖਣ ਦੀ ਜ਼ਰੂਰਤ ਹੈ ਕਿ ਉਹ ਦੂਸਰੇ ਸੂਬੇ ਦੀ ਸੀਗੀ, ਉਹਦੇ ਕੋਲ ਆਧਾਰ ਕਾਰਡ ਨਹੀਂ ਸੀਗਾ ਕਿਉਂਕਿ ਦੂਜੇ ਸੂਬੇ ਦੀ, ਉਹ ਸਫ਼ਰ ਕਰਨ ਵਾਸਤੇ ਗਰੀਬ ਲੋਕ ਆ ਜਿਹੜੇ ਕਨੈਕਟ ਨੂੰ ਪੈਸੇ ਦੇ ਰਹੀ ਆ। ਪਰ ਦੂਜੇ ਪਾਸੇ ਜਿਹੜੀ ਇੱਕ ਡਿਊਟੀ 'ਤੇ ਜਾ ਰਹੀ ਆ ਔਰਤ, ਚੰਗੀ ਪੋਸਟ ਪਰ ਲੱਗੀ ਹੋਈ ਆ, ਉਹ ਆਧਾਰ ਕਾਰਡ ਦੇ। ਕਿਤੇ ਨਾ ਕਿਤੇ ਸਾਨੂੰ ਰੰਗਲਾ ਪੰਜਾਬ ਦੀਆਂ ਜਿਹੜੀਆਂ ਗੱਲਾਂ ਕਰਦੇ ਨਾ ਮੁੱਖ ਮੰਤਰੀ ਸਾਹਿਬ ਜਾਂ ਇਹਨਾਂ ਦੇ ਕੈਬਨਿਟ ਮੰਤਰੀ ਜਾਂ ਆਪ ਦੀ ਜਿਹੜੀ ਲੀਡਰਸ਼ਿਪ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ, ਤਾਂ ਉਹਦੇ ਵਿੱਚ ਸਮੁੱਚੇ ਪੰਜਾਬ ਨੂੰ ਵੀ ਭਾਈਵਾਲੀ ਕਰਨੀ ਪਊਗੀ। ਉਹਨਾਂ ਨੂੰ ਰੰਗਲਾ ਪੰਜਾਬ ਕਰਨ ਵਾਸਤੇ ਚੰਗੇ ਫੈਸਲੇ ਲੈਣੇ ਪੈਣਗੇ। ਜੇ ਚੰਗੇ ਫੈਸਲੇ ਹੋਣਗੇ ਤਾਂ ਰੰਗਲਾ ਪੰਜਾਬ ਬਣਨਾ, ਨਹੀਂ ਤਾਂ ਜਿਹੜੇ ਪਿਛਲੀਆਂ ਸਰਕਾਰਾਂ ਦੀਆਂ ਉਹ ਕਦੇ ਕਹਿੰਦੇ ਤੇ ਅਸੀਂ ਜੀ ਇਹਨੂੰ ਇੱਥੇ ਅਮਰੀਕਾ ਬਣਾ ਦਾਂਗੇ, ਸਵਿਟਜ਼ਰਲੈਂਡ ਬਣਾ ਦਾਂਗੇ, ਅਸੀਂ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਾਂਗੇ। ਪਿਛਲੀਆਂ ਸਰਕਾਰਾਂ ਵੀ ਇਹੀ ਕਰਦੀਆਂ ਰਹੀਆਂ। ਤਾਂ ਇਸ ਕਰਕੇ ਜਿਵੇਂ ਸਵਾ ਸਾਲ ਨਿਕਲ ਗਿਆ, 3.5 ਸਾਲ ਹੋ ਰਹੇਗੇ, ਇਹ ਵੀ ਇਹਨਾਂ ਦੇ ਨਿਕਲ ਜਾਣਗੇ। ਜੇ ਹੁਣ ਸਮ ਅਪ ਕਰਨ ਦਾ ਟਾਈਮ ਆ ਗਿਆ, ਪ੍ਰੋਗਰਾਮ ਨੂੰ ਅਸੀਂ ਸਮ ਅਪ ਕਰੀਏ, ਪਰ ਉੱਥੇ ਸਭ ਤੋਂ ਵੱਡੀ ਗੱਲ ਇਹੀ ਦਿਮਾਗ ਦੇ ਵਿੱਚ ਵਾਰ-ਵਾਰ ਆਉਂਦੀ ਹੈ ਕਿ ਜਿੱਥੋਂ ਤੱਕ ਗੱਲ ਕਰੀਏ ਪੋਲੀਟੀਕਲ ਪਾਰਟੀਆਂ ਦੀ, ਪਹਿਲੇ ਵਾਲੀਆਂ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਸੀ ਵੀ ਸਾਡਾ ਸਿਆਸਤ ਦੇ ਵਿੱਚ ਸਫ਼ਰ ਬਹੁਤ ਜ਼ਿਆਦਾ ਹੈਗਾ, ਸਾਡਾ ਤਜਰਬਾ ਬਹੁਤ ਜ਼ਿਆਦਾ ਹੈਗਾ। ਕੋਈ ਸੀਜ਼ਨਡ ਪੋਲੀਟੀਸ਼ੀਅਨ ਕਹਿਲਾਂਦਾ ਸੀਗਾ, ਕੋਈ ਕੱਦਾਵਰ ਪੋਲੀਟੀਸ਼ੀਅਨ ਕਹਿਲਾਂਦਾ ਸੀਗਾ, ਸਾਰੇ ਦੇ ਸਾਰੇ ਲਾਂਬੇ ਕਰ ਦਿੱਤੇ। ਇਸ ਵਾਰ ਆਮ ਆਦਮੀ ਪਾਰਟੀ ਵਿੱਚ ਆਈ ਹੈ ਜਿਹਦੇ ਵਿੱਚ ਨਾ ਕਰਦੇ, ਕਦੀ ਕਿਸੇ ਨੇ ਸਰਪੰਚੀ ਦੀ ਚੋਣ ਵੀ ਨਹੀਂ ਲੜੀ ਹੈ, ਵੀ ਵਾਰ-ਵਾਰ ਗੱਲਾਂ ਹੁੰਦੀਆਂ, ਆਪੋਜੀਸ਼ਨ ਵੀ ਕਹਿੰਦੀ ਹੈ ਤੇ ਕਈ ਵਾਰੀ ਜਿਹੜੇ ਹੈਗੇ ਉਹ ਆਪ ਵੀ ਰੂਲਿੰਗ ਪਾਰਟੀ ਵੀ ਇਹ ਗੱਲਾਂ ਕਹਿੰਦੀ ਹੈ, ਪਰ ਨਾ ਕਰਦੇ ਸਾਰੇ ਦੇ ਸਾਰੇ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਪੰਜਾਬ ਦਾ ਕੀ ਬਣੇਗਾ? ਪੰਜਾਬ ਨੇ ਤਾਂ ਨਵੀਂ ਕੋਸ਼ਿਸ਼ ਕਰਕੇ ਵੀ ਦੇਖ ਲਈ, ਨਵੇਂ ਬੰਦੇ ਲਿਆ ਕੇ ਵੀ ਦੇਖ ਲਏ, ਚੀਜ਼ਾਂ ਤਾਂ ਫਿਰ ਵੀ ਕੋਈ ਜ਼ਿਆਦਾ ਸੰਭਲਦੀਆਂ ਨਜ਼ਰ ਆ ਨਹੀਂ ਰਹੀਆਂ ਕਿਸੇ ਪਾਸੇ। ਬਿੰਦੂ ਜੀ ਦੇਖੋ, ਸਭ ਤੋਂ ਵੱਡੀ ਗੱਲ ਆ ਇਹ ਨਾ, ਜੋ ਮੈਂ ਮਹਿਸੂਸ ਕਰਦਾ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੀ ਇੰਟਰਨਲ ਡੈਮੋਕ੍ਰੇਸੀ ਹੈ ਨਾ, ਉਹ ਖਤਮ ਹੋ ਚੁੱਕੀ ਆ। ਜਿਹੜੀ ਵੀ ਪਾਰਟੀ ਦਾ ਪ੍ਰਧਾਨ ਆ ਉਹ ਮੀਟਿੰਗ ਜ਼ਰੂਰ ਕਰਦਾ, ਪਰ ਉਹ ਆਪਣਾ ਫੈਸਲਾ ਥੋਪਦਾ, ਉਹ ਫਿਰ ਇਸ ਕਰਕੇ ਬਗਾਵਤ ਹੁੰਦੀ ਆ। ਹੁਣ ਇਹਨਾਂ ਦੀ ਪਾਰਟੀ ਦੇ ਵਿੱਚ ਵੀ, ਸਰਕਾਰ ਦੇ ਵਿੱਚ ਗੱਲ ਕਰ ਲਾ, ਉੱਥੇ ਫੈਸਲੇ ਥੋਪੇ ਜਾਂਦੇ ਨੇ, ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ, ਨਾ ਹੀ ਉਹ ਬੋਲਦੇ ਨੇ। ਜੇਕਰ ਪਾਰਟੀ ਦੇ ਵਿੱਚ ਬੈਠ ਕੇ ਕਿਸੇ ਵੀ ਮੁੱਦੇ ਪਰ ਚਰਚਾ ਕਰਾਵੇ ਵੀ, ਜਾਂ ਮੁੱਖ ਮੰਤਰੀ ਇਸ ਗੱਲ ਨੂੰ ਜਿਹੜੀ ਪਹਿਲ ਕਦਮੀ ਕਰਨ ਕਿ ਉਹ ਕਰਨ ਕਿ ਅਸੀਂ ਪਾਣੀ ਬਚਾਉਣਾ ਜੀ, ਪਾਣੀ ਬਚਾਉਣ ਦੇ ਮਾਮਲੇ ਪਰ ਸਾਰੀਆਂ ਪਾਰਟੀਆਂ ਨੂੰ ਬੁਲਾਉਣ, ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਵੀ ਆਪਾਂ ਕਿਵੇਂ ਕਰ ਸਕਦੇ ਆ। ਫਿਰ ਉਹ ਅਫਸਰਾਂ ਨੂੰ ਜਾਂ ਹੋਰ ਮਾਹਰਾਂ ਨੂੰ ਬੁਲਾ ਕੇ ਮੀਟਿੰਗਾਂ, 1 ਮੀਟਿੰਗ 2 ਮੀਟਿੰਗ 3 ਮੀਟਿੰਗ 4 ਮੀਟਿੰਗ ਕਰ ਸਕਦੇ ਆ। ਉਹ
ਕੀ ਕਰਨਾ, ਹੋਰ ਕੀ ਕਰਦਾ, ਮੁੱਖ ਮੰਤਰੀ ਦਾ ਕੰਮ ਕੀ ਆ ਜਾਂ ਪੋਲੀਟਿਕਲ ਪਾਰਟੀਆਂ ਦਾ ਕੰਮ ਕੀ ਆ, ਉਸ ਮਸਲੇ ਪਰ ਹੱਲ ਕਰਨਾ, ਉਹਦੀ ਨਿਚੋੜ ਕੱਢੇ ਵੀ ਇਸ ਸਾਰੇ ਮਸਲੇ ਪਰ ਪਾਣੀ ਨੂੰ ਬਚਾਉਣ ਵਾਸਤੇ ਅਸੀਂ ਕੀ ਕਰ ਸਕਦੇ ਆ। ਅਸੀਂ ਗੱਲਾਂ ਮਾਰੀ ਜਾ ਰਹੇ ਆ ਕਿ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਤ, ਵੀ ਪਾਣੀ ਚਲੇਗਾ 117 ਬਲਾਕ ਆ ਜਿਹੜੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਕਿ ਪਾਣੀ ਬਚਾਉਣ ਦੇ ਅਸੀਂ ਯਤਨ ਕਰ ਨਹੀਂ ਰਹੇ ਹੈਗੇ। ਇਸ ਕਰਕੇ ਉਹਨੂੰ ਮੀਟਿੰਗਾਂ ਬੁਲਾਉਣੀਆਂ ਚਾਹੀਦੀਆਂ, ਗੱਲ ਕਰਨੀ ਚਾਹੀਦੀ ਆ। ਐਦਾਂ ਹੀ ਕੋਈ ਖੇਤੀਬਾੜੀ ਆ ਵੀ ਕਿ ਝੋਨੇ ਦੀ ਜਗ੍ਹਾ ਕਿਆ ਬਦਲ ਹੋਣਾ ਚਾਹੀਦਾ। ਤੁਸੀਂ ਆਪਣਾ ਜਹਾਜ਼ ਚੱਕਣਾ ਉਹਦੇ ਤੋਂ ਜੀ ਹੋਰ ਪਾਸੇ ਚਲੇ ਜਾਣਾ, ਜਿਵੇਂ ਕੱਲ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਕੀਤਾ ਸੀਗਾ। ਇਹ ਗੱਲਾਂ ਸਾਰੀਆਂ ਲੋਕ ਨੋਟ ਕਰਦੇ ਨੇ। ਠੀਕ ਆ ਕਿ ਅੱਜ ਤੁਹਾਡੀ ਸਰਕਾਰ ਆ, ਬੋਲਣ ਵਾਲੇ ਪਰ ਤੁਸੀਂ ਪਰਚਾ ਦਰਜ ਕਰਵਾ ਦਿੰਦੇ ਆ, ਤੁਸੀਂ ਦਬਾ ਦਿੰਦੇ ਆ, ਉਹਦੀ ਖਬਰ ਨਹੀਂ ਛਪਣ ਦਿੱਤੀ ਜਾ ਰਹੀ, ਬੋਲਣੀ। ਪਰ ਪੰਜਾਬ ਦੇ ਲੋਕ ਸਾਰਾ ਕੁਝ ਦੇਖ ਰਹੇ ਆ। ਉਹੀ ਅਸੀਂ ਕਬੂਤਰ ਵਾਂਗ ਅੱਖਾਂ ਮਿਚਲੀਏ ਵੀ ਸਾਨੂੰ ਕੋਈ ਨਹੀਂ ਦੇਖ ਰਿਹਾ। ਠੀਕ ਹੈ ਵੀ ਉਹ ਆਪਣੇ ਪੰਜਾਬ ਦੇ ਲੋਕ ਰਹਿ ਗਏ ਨੇ, ਪੰਜਾਬ ਦੇ ਲੋਕ ਰਹਿ ਗਏ ਨੇ, ਪਿੱਛੇ ਬਦਲ ਵੀ ਬਹੁਤ ਹੋਇਆ। ਨਹੀਂ, ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਰਹਿ ਚੁੱਕੇ ਨੇ, ਐਡੀ ਵੀ ਮਾੜੀ ਗੱਲ ਨਹੀਂ ਕਿ ਕਾਫੀ ਪਿੱਛੇ ਬਦਲ ਵੀ ਹੋਇਆ, ਮਾਈਗ੍ਰੇਸ਼ਨ ਵੀ ਹੋਈ ਹੈ ਦੂਜੇ ਸੂਬਿਆਂ ਤੋਂ, ਹੋਈ ਜਾ ਰਹੀ ਆ। ਪਰ ਅਜੇ ਵੀ ਪੰਜਾਬ ਆ ਜਿਹੜਾ ਬਸ ਰਿਹਾ, ਪੰਜਾਬ ਬਸਦਾ ਰਹੂਗਾ। ਪੰਜਾਬ ਨੂੰ ਬਹੁਤ ਸਾਰੀਆਂ ਤਾਕਤਾਂ ਆ ਉਜਾੜਨ ਵਾਸਤੇ। ਪੰਜਾਬ ਦੀ ਜਿਹੜੀ ਧਰਤੀ ਆ ਉਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ। ਪੰਜਾਬ ਦੀ ਧਰਤੀ ਯੋਧਿਆਂ ਦੀ ਧਰਤੀ ਆ, ਇਤਿਹਾਸਕਾਰਾਂ ਦੀ ਧਰਤੀ ਆ। ਪੰਜਾਬ ਦੀ ਧਰਤੀ ਹਮੇਸ਼ਾ ਬਸਦੀ ਰਹੂਗੀ। ਤੁਸੀਂ ਇੱਥੇ ਜਿਹੜਾ ਸਵੇਰੇ ਤੇ ਸ਼ਾਮ ਇੱਥੇ ਜਿਹੜਾ ਗੁਰੂਆਂ ਦੀ ਬਖਸ਼ਿਸ਼ ਜਿਹੜੀ ਬਾਣੀ ਦਾ ਪਾਠ ਹੁੰਦਾ ਹੈ ਜਾਂ ਹਰ ਧਰਮ ਦੇ ਇੱਥੇ ਪਾਠ ਆ, ਉਹਦੀ ਜਿਹੜੀ ਬਖਸ਼ਿਸ਼ ਆ ਉਹ ਪੰਜਾਬ ਦੀ ਮਿੱਟੀ ਦੀ ਜਿਹੜੀ ਖੁਸ਼ਬੂ ਆ ਉਹ ਹਮੇਸ਼ਾ ਬਣੀ ਰਹਿਣੀ ਆ। ਉਹ ਪੰਜਾਬ ਦੀ ਮਿੱਟੀ ਦੇ ਵਿੱਚੋਂ ਖੁਸ਼ਬੂ ਜਿੱਥੇ ਮਰਜ਼ੀ ਹੋਵੇ ਉਹ ਬਣੀ ਰਹਿਣੀ ਆ ਤੇ ਬਣੀ ਰਹੇਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੈ ਸਿੰਘ ਜੀ। ਧੰਨਵਾਦ ਜੀ। ਅੱਜ ਸਾਡੇ ਨਾਲ ਸੀਗੇ ਜੈ ਸਿੰਘ ਛਿੱਬੜ, ਪੱਤਰਕਾਰ ਨੇ, ਸੀਨੀਅਰ ਪੱਤਰਕਾਰ ਨੇ ਤੇ ਕਾਫੀ ਲੰਮੇ ਸਮੇਂ ਤੋਂ ਸਿਆਸਤ ਜਿਹੜੀ ਹੈ ਉਹ ਕਵਰ ਕਰ ਰਹੇ ਨੇ। ਉਹਨਾਂ ਨੇ ਬੜੀ ਹੀ ਖੂਬਸੂਰਤ ਗੱਲ ਕਹੀ। ਇੰਨੀ ਜ਼ਿਆਦਾ ਬਹਿਸ ਜਾਂ ਜਿਹੜੀ ਇੱਕ ਕਸ਼ਮਕਸ਼ ਦੀ ਸਾਡੀ ਗੱਲਬਾਤ ਸੀਗੀ, ਜਿਹੜੀ ਕਿ ਕਸ਼ਮਕਸ਼ ਸਾਡੀ ਨਹੀਂ ਹੈਗੀ, ਕਸ਼ਮਕਸ਼ ਆਲਰੇਡੀ ਜਿਹੜੀ ਹੈ ਪੰਜਾਬ ਦੇ ਵਿੱਚ ਜਾਂ ਸਿਆਸੀ ਧਿਰਾਂ ਦੇ ਵਿੱਚ ਜਾਂ ਮਾਹੌਲ ਦੇ ਵਿੱਚ ਫੈਲੀ ਹੋਈ ਹੈ। ਪਰ ਉਹਨੇ ਬੜੀ ਖੂਬਸੂਰਤ ਜੀ ਗੱਲ ਕਹੀ ਹੈ ਕਿ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਹੈ, ਪੈਗੰਬਰਾਂ ਦੀ ਧਰਤੀ ਹੈਗੀ ਹੈ। ਇਸ ਕਰਕੇ ਹਮੇਸ਼ਾ ਹੱਸਦਾ ਵਸਦਾ ਰਹੇਗਾ। ਇੱਥੇ ਬਹੁਤ ਸਾਰੇ ਧਾੜਵੀ ਆਏ, ਬਹੁਤ ਸਾਰੇ ਲੋਕ ਆਏ, ਆਉਂਦੇ ਰਹੇ ਜਾਂਦੇ ਰਹੇ, ਪਰ ਪੰਜਾਬ ਜਿਹੜਾ ਹੈਗਾ ਉਹਨੂੰ ਛੇਤੀ ਜਿਹੜਾ ਹੈ ਨੁਕਸਾਨ ਪਹੁੰਚਾਉਣਾ ਬਹੁਤ ਔਖਾ ਹੈ। ਪਰ ਉਸ ਦੇ ਨਾਲ ਹੀ ਕਿਉਂਕਿ ਪੱਤਰਕਾਰ ਨੇ ਤੇ ਉਹਨਾਂ ਨੇ ਪੱਤਰਕਾਰਾਂ ਦੇ ਲਈ ਵੀ ਚਿੰਤਾ ਜਿਹੜੀ ਆਪਣੀ ਵਿਅਕਤ ਕੀਤੀ ਹੈ, ਉਸ ਦੇ ਨਾਲ ਹੀ ਜਿਹੜਾ ਸਿਆਸੀ ਪੱਖ ਸੀਗਾ ਜਿਹੜਾ ਉਹ ਕਵਰ ਕਰਦੇ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਕਿਤੇ ਨਾ ਕਿਤੇ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਸੁਹਿਰਦ ਹੋ ਕੇ ਆਪਣੀ ਮਿੱਟੀ, ਆਪਣੇ ਖਿੱਤੇ, ਆਪਣੇ ਸੂਬੇ ਦੇ ਲਈ ਸੋਚ ਵਿਚਾਰਾਂ ਕਰਨ ਦੀ ਲੋੜ ਹੈਗੀ ਹੈ। ਨਹੀਂ ਤਾਂ ਜਿਹੜਾ ਹਾਲ ਹੈਗਾ ਉਹ ਤਾਂ ਕੋਈ ਬਹੁਤ ਚੰਗੀ ਦਿਸ਼ਾ ਵੱਲ ਨਹੀਂ ਜਾ ਰਿਹਾ। ਖਾਸ ਕਰਕੇ ਨੌਜਵਾਨੀ ਦੀ ਵੀ ਗੱਲ ਕੀਤੀ। ਨੌਜਵਾਨੀ ਜਿਹੜੀ ਹੈਗੀ ਹੈ ਉਹਨੂੰ ਬਚਾ ਕੇ ਰੱਖਣਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਨੌਜਵਾਨ ਜਿਹੜੀ ਹੁੰਦੇ ਆ ਉਹ ਕਿਸੇ ਵੀ ਖਿੱਤੇ ਦੀ, ਕਿਸੇ ਵੀ ਜਗ੍ਹਾ ਦੀ ਜਾਨ ਵੀ ਹੁੰਦੇ ਆ ਤੇ ਉਹਨਾਂ ਨੇ ਸਾਰਾ ਦਾ ਸਾਰਾ ਆਪਣੇ ਮੋਢਿਆਂ ਤੇ ਭਾਰ ਲੈ ਕੇ ਅੱਗੇ ਜਿਹੜਾ ਜਨਰੇਸ਼ਨ ਟੂ ਜਨਰੇਸ਼ਨ ਜਿਹੜਾ ਉਹ ਬੈਟਨ ਜਿਹੜਾ ਫੜਾਉਣਾ ਹੁੰਦਾ ਹੈ। ਪਰ ਇਹਨਾਂ ਸਾਰੀਆਂ ਗੱਲਾਂ ਤੇ ਅੱਜ ਅਸੀਂ ਖੁੱਲ੍ਹ ਕੇ ਚਰਚਾ ਵਿਚਾਰ ਕੀਤੀ ਹੈ। ਮੇਰੇ ਮਹਿਮਾਨ ਸਨ ਅੱਜ ਜੈ ਸਿੰਘ ਛਿੱਬੜ, ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਨੇ। ਇਸ ਟਾਈਮ ਸੂਬੇ ਦੀ ਜਥੇਬੰਦੀ ਹੈ ਉਸਦੇ, ਤੇ ਇਸ ਕਰਕੇ ਮੈਨੂੰ ਹੁਣ ਸਾਡੀ ਗੱਲਬਾਤ ਜਿਹੜੀ ਹੈ ਉਹ ਅੱਜ ਇੱਥੇ ਖਤਮ ਹੁੰਦੀ ਹੈ। ਬਹੁਤ ਸ਼ੁਕਰੀਆ, ਧੰਨਵਾਦ।